इंज लगता है कि असी शायद फीमेल दे अगेंस्ट बोल रहे हैं, है ना। सो इस तरह सारिया दी शेयरिंग, पर असी सारिया ने सोचना है कि जो डिस्कस किया जा रहा है तो कोई डिस्क्रिमिनेशन नहीं की जा रही है। अचानक बोलन वेले स्पॉन्टेनियस एग्जाम्पल मर्द बारे आ गया या स्त्री बारे आ गया या बच्चियां बारे आ गया या टीचर बारे आ गया या माँ-प्यो बारे आ गया। सो असी किसी ग्रुप दे, किसी जेंडर दे, किसी स्टेटस दे अगेंस्ट नहीं डिस्कस करते हैं, करेक्ट। तो कई बारी मोस्ट ऑफ द जोक्स जेडे बने होंदे ने वो ज्यादातर विमेन थे बने होंदे ने, घर दी वोटी ते बने होंदे ने। ते असी अपने मौके ते वो जदों जोक सुना रहे होंदे हां तो एक माता जी ने मैनूं कहा सी हर वेले बीबियां दे अगेंस्ट ही जोक सुनांदा है। सो माता जी ने ते प्यार नाल कहा सी, लेकिन साडा मकसद इस तरह किसी भी जेंडर दे अगेंस्ट नहीं होता है। हाँ, पर फीमेल दे बारे कोई फीमेल बोले और उहदा तजर्बा भी विंदरी भूआ जी वांगू होवे, है ना, तां फिर ज्यादा वो बेनिफिट हो जाता है, क्योंकि वो फिर बायस्ड नहीं लगता है। राइट, थैंक यू। चलो जी, सारिਆਂ ਦੀ ਮਿਹਰਬਾਨੀ। ਤੇ ਜੋ ਤੁਸੀਂ ਰੀਕੈਪ ਕੀਤਾ ਹੈ, ਜਿਹੜੇ ਸੱਜਣ ਨਵੇਂ ਆਏ ਨੇ ਉਹਨਾਂ ਦੀ ਗਿਆਤ ਵਾਸਤੇ ਅਸੀਂ ਆਪਣੀ ਲਿਵਿੰਗ ਟ੍ਰੈਜਰ ਦੀ ਪੁਸਤਕ ਹੈ ਗੁਰਬਾਣੀ ਦੇ ਚਾਨਣ ਵਿੱਚ ਅਖਾਣ, ਅਸੀਂ ਇਹਦਾ ਅੱਜ ਅਖਾਣ ਨੰਬਰ 14-15 ਇਹਦੇ ਚੋਂ ਪੜਾਂਗੇ ਤੇ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਸਤਵਿੰਦਰ ਭੈਣ ਜੀ, ਹਾਂਜੀ, ਕੈਨ ਯੂ ਜਸਟ ਸੇ ਦਾ ਨੇਮ? ਸਾਡਾ ਪਹਿਲਾ ਕੀ ਟੌਪਿਕ ਚੱਲ ਰਿਹਾ ਸੀ ਬਿਫੋਰ ਦਿਸ ਬੁੱਕ? ਉਹ ਬੁੱਕ, ਹਾਂਜੀ, ਬਿਫੋਰ ਵੀ ਲੈਂਡਡ ਔਨ ਦਿਸ ਬੁੱਕ। ਇਸ ਹਾਂਜੀ ਤੋਂ ਪਹਿਲਾਂ ਸਾਡਾ ਇੱਕ ਕਮ ਸੇ ਕਮ 6 ਮਹੀਨੇ ਟੌਪਿਕ ਚੱਲਿਆ। ਹਾਂਜੀ, ਸਾਡਾ ਸਿਮਰਨ ਤੇ ਚੱਲ ਰਿਹਾ ਸੀ, ਮੈਡੀਟੇਸ਼ਨ ਦੇ ਉੱਤੇ। ਵੈਰੀ ਗੁੱਡ। ਹਾਂਜੀ, ਹਾਂ, ਅਸੀਂ ਸਿਮਰਨ ਦੀਆਂ ਬਰਕਤਾਂ ਡਿਸਕਸ ਕਰ ਰਹੇ ਹਾਂਜੀ, ਮੈਡੀਟੇਸ਼ਨ। ਹਾਂਜੀ ਹਾਂਜੀ, ਤੇ ਅਸੀਂ ਜਦੋਂ ਸਿਮਰਨ ਦੀਆਂ ਬਰਕਤਾਂ ਡਿਸਕਸ ਕਰ ਰਹੇ ਸੀ ਤਾਂ ਉਹਦੇ ਵਿੱਚ ਅਸੀਂ ਮੇਨ ਪੁਆਇੰਟ ਇਹ ਡਿਸਕਸ ਕੀਤਾ ਸੀ ਕਿ ਗੁਰਬਾਣੀ ਇਹ ਨਹੀਂ ਕਹਿੰਦੀ ਹੈ ਕਿ ਤੁਸੀਂ ਸਿਰਫ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਕੋਈ ਸੋ ਕਾਰਡ ਤਥਾ ਕਥਿਤ ਮੈਡੀਟੇਸ਼ਨ ਕਰੋ, ਬਲਕਿ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ 24 ਆਵਰਸ ਮਨੂੰ उठत बैठत सोवत त्याइए मार्ग चलत हरिहर गाइए, मनु निरंतर सिमरन दी अवस्था च किवें रहना है। बाणी सानू सिर्फ ये नहीं सिखाती कि मैं फॉर फ्यू मिनट्स या फ्यू आवर्स मैं गुरुद्वारे जाके सिर्फ थोड़ी जी सेवा कर आवां, ये तो सिखाती ही है कि असी सारे वो करते हाँ, पर नाल ये सिखाती है गुर की सेवा करो दिन रात। दिन रात गुर की सेवा किवें होएगी? फिर ਇਹਦਾ ਮਤਲਬ ਅਸੀਂ ਸੇਵਾ ਦੇ ਟੌਪਿਕ ਵਿੱਚ ਵੀ ਐਡਵਾਂਸ ਕਰਾਂਗੇ ਕਿ 24 ਆਵਰਸ ਮੈਂ ਗੁਰ ਕੀ ਸੇਵਾ ਦੀ ਅਵਸਥਾ 'ਚ ਕਿਵੇਂ ਰਵਾਂ। ਉਹਦਾ ਮਤਲਬ ਹੈ ਮੈਂ ਗੁਰੂ ਨੂੰ ਫੋਲੋ ਕਰਾਂ ਤਾਂ ਗੁਰੂ ਜਿਹੜਾ ਮੈਨੂੰ ਸੁਮਤ ਭੋਜਨ ਦੇਵੇ ਉਹ ਮੈਂ ਹਰ ਪਲ ਖਾਵਾਂ। ਗੁਰੂ ਮੈਨੂੰ ਇਹ ਭੋਜਨ ਅਲੱਭੈ ਸੰਤੋ ਲੱਭੈ ਗੁਰ ਵਿਚਾਰ ਨਾਲ ਦਿੰਦਾ ਹੈ, ਉਹ ਭੋਜਨ ਸੰਤੋਖ ਹੁੰਦਾ ਹੈ ਤੇ ਮੈਨੂੰ ਸੰਤੋਖ ਦਾ ਭੋਜਨ ਖਾਣਾ ਹੈ ਤੇ ਉਹੀ ਭੁਗਤ ਖਾਣੀ ਹੈ। ਭੁਗਤ ਗਿਆਨ ਦਿਆ ਭੰਡਾਰਨ ਦੀ ਭੁਗਤ ਵਾਲਾ ਗਿਆਨ ਮੈਨੂੰ ਨਾਲ ਮਿਲਦਾ ਹੈ ਤੇ ਇੰਜ ਫਿਰ ਅਸੀਂ ਹਰ ਵੇਲੇ ਗੁਰ ਕੀ ਸੇਵਾ ਦੀ ਅਵਸਥਾ ਵੀ ਮਾਣ ਸਕਦੇ ਹਾਂ ਤੇ ਹਰ ਵੇਲੇ ਅਸੀਂ ਸਿਮਰਨ ਦੀ ਅਵਸਥਾ ਵੀ ਮਾਣ ਸਕਦੇ ਹਾਂ। ਤੀਜਾ ਪੁਆਇੰਟ, ਜਦੋਂ ਅਸੀਂ ਸਿਮਰਨ ਡਿਸਕਸ ਕਰ ਚੁੱਕੇ ਉਸ ਤੋਂ ਬਾਅਦ ਅਸੀਂ ਇਸ ਪੁਸਤਕ ਤੇ ਆਏ। ਇਹ ਲਿਵਿੰਗ ਟ੍ਰੈਜਰ ਦੀ ਪੁਸਤਕ ਗੁਰਬਾਣੀ ਦੇ ਚਾਨਣ ਵਿੱਚ ਅਖਾਣ, ਇਹਦੇ 'ਚ 100 ਟਰਮਸ, ਮੈਟਾਫਰਸ, ਈਡੀਅਮਸ ਗੁਰਬਾਣੀ ਚੋਂ ਲੈ ਕੇ ਅਸੀਂ ਡਿਸਕਸ ਕੀਤੇ ਨੇ, ਹੈ ਨਾ। ਜੇ ਗੁਰਬਾਣੀ ਦੇ ਪੰਕਤੀ ਆਈ ਹੈ, ਗਰੀਬਾਂ ਉੱਪਰ ਜੇ ਖਿੰਜੇ ਦਾੜੀ, ਦਾੜੀ ਮਤਲਬ ਬੀਅਰਡ, ਹੈ ਨਾ, ਤਾਂ ਫਿਰ ਅਸੀਂ ਦਾੜੀ ਦੇ ਨਾਲ ਰਿਲੇਟਿਡ ਦਾੜੀ ਪੁੰਨਣਾ, ਦਾੜੀ ਖਿੱਚਣਾ, ਹੈ ਨਾ। दाढ़ी खिंचना की होंदा है, गरीबां उपर खिंचे दाढ़ी की होंदा है,
ਵਿਮਨ ਦੀ ਦਾੜੀ ਨਹੀਂ ਹੁੰਦੀ ਤਾਂ ਇਹ ਸਬਜੈਕਟ ਉਹਦੇ ਤੇ ਲਾਗੂ ਕਿਸ ਤਰ੍ਹਾਂ ਹੈ। ਇੰਜ ਫਿਰ ਅਸੀਂ ਉਹ ਸਾਰੀਆਂ ਟਰਮਸ ਨਾਲ ਡਿਸਕਸ ਕੀਤੀਆਂ ਹੋਈਆਂ ਇਸ ਬੁੱਕ ਦੇ ਅੰਦਰ, ਰਾਈਟ। ਸੋ ਜੇ ਤਿਸ ਨਦਰ ਨਾ ਆਵੇ ਜਪਜੀ ਸਾਹਿਬ ਵਿੱਚ ਆਇਆ ਤੇ ਨਦਰ ਕੀ ਹੁੰਦਾ ਹੈ ਨਾ। Yes. ਨਾਨਕ ਨਦਰੀ ਪਾਈ ਹੈ ਕੁੜੀ ਕੁੜੇ ਠੀਕ ਅੱਛਾ, ਫਿਰ ਨਦਰ ਕੀ ਹੁੰਦਾ ਹੈ, ਨਦਰੀ ਕੀ ਹੁੰਦਾ ਹੈ, ਕਰਮ ਕੀ ਹੁੰਦਾ ਹੈ। ਇਸ ਤਰ੍ਹਾਂ ਅਸੀਂ ਟਰਮਸ, ਮੈਟਾਫਰਸ ਔਰ ਈਡੀਅਮਸ ਇਸ ਪੁਸਤਕ ਵਿੱਚ ਡਿਸਕਸ ਕੀਤੇ ਨੇ ਐਪਲੀਕੇਬਲ ਅਰਥ ਸਮਝਣ ਵਾਸਤੇ। एनसाइक्लोपीडिया और डिक्शनरी समझण वास्ते नहीं। ज्यों ज्यों सानू ये टर्म्स और ईडियम्स, फ्रेजेस, मेटाफर्स जदों एप्लीकेबल अर्थ समझ आते ने ना, तब बाणी पढ़दियां नाल नाल अर्थ समझ आते जाते ने। साडी अंडरस्टैंडिंग पढ़दियां बनती जाती है। वरना असी पढ़ के तो काफी बारी पाठ कर चुके हाँ, राइट। बाणी पढ़ के मैनू अपनी इंट्रोस्पेक्शन समझ आवे। बाणी पढ़ के मेरी वो वाली अख खुल जावे जिदे नाल मैं अपने बारे झाती मार सका। बाणी पढ़ के मैनू दूजिया दे अवगुण कड्ढण दी आदत ना रवे। ए जात सीखनी है असी, राइट। बाणी पढ़ के मैं दूजिया नू लैक्चर और ज्ञान नहीं झाड़ना। बाणी पढ़ के मैं थां ते गली गली सब जगह सब नू ये नहीं शो कराना कि मैनू बहुत कुछ पता है, मैं बड़ा ज्ञानवान हाँ। बाणी पढ़ के मैनू हंबलनेस सीखनी है। मनु किसी ने पूछया सी कि वीर जी जदों तुसी वर्ल्ड वाइड प्रोग्राम करन जांदे हो तो वाई डू यू प्रेफर नॉट टू स्टे इन द होटल। तो मैं क्या मनु होटल दे बदले लोकां दे घरां विच, हालांकि सारे लोग अखां ते बिठा के प्यार नाल अपने घर अपना मास्टर बेडरूम सानू दे के बड़ा प्यार दे नाल सानू रखदे ने, लेकिन जे घट तो घट फैसिलिटीज होन, बेसिक नीड्स भी ना पूरियां हुंदा होन, तां भी आई प्रेफर के होटल ते नहीं ठहरना। असी सारे, मैं, गुणवंत मम्मी जी, दलविंदर जी, पुष्पिंदर जी, मिंदरपाल जी, रजिंदर जी, पुनी, अमन, इस तरह असी सारे पुष्पिंदर दे फिर मम्मी, ओदे पापा, असी सारे इस तरह रल के जदों करन जांदे हां तां असी लोकां दे घर ठहरन दी कोशिश करदे हां। कारण ये कि जदों असी उन्हां दे डाइनिंग टेबल ते बैठदे हां, उन्हां दे घर ब्रेकफास्ट हुंदा है या लंच हुंदा है या डिनर हुंदा है या ईवनिंग टी हुंदी है, कुछ लोग उन्हां दे घर भी आ जांदे ने, तां डाइनिंग टेबल ते बैठिया ना उन्हां दे घर वाले, उन्हां दे बच्चे, उन्हां दे फ्रेंड्स, उन्हां दे पड़ोसी वो सवाल करन लग पैंदे ने, है ना। सो मकसद ये तो होंदा नहीं है कि असी इस वेले फूड खाना है, मकसद ये होंदा है कि कोई सवाल करे, असी उहदे नाल सांझ करिए। तो मैनू कई जगह इस तरह ये भी तजर्बा होया कि मैं उन्हां नू पुछया, तुसी जदों तुहाडे गुरुद्वारे विच कथाकार या कोई रागी सिंह जी या कोई सियाणे आंदे ने बोलण वाले, या जिन्हां नू तुसी सो काड़ संत जी बाबा जी कहंदे हो, उन्हां कोलों नहीं पुछदे, वो कहंदे सानू उन्हां कोल डर लगदा है। हुण मैनू नहीं पता क्यों डर लगदा है, ते मैं ये भी नहीं कह सकदा कि वो डरांदे ने। मैं ते किसी उत्ते भी जजमेंट नहीं ना कर सकदा, पर मैं अपनी इंट्रोस्पेक्शन कीती कि why they come near, why they are able to ask, क्योंकि जदों सवाल पुछदे ने साडी बॉडी लैंग्वेज जे होवे, ले इतना नहीं पता, इतना भी नहीं पता, इतने दिन से पाठ करते हो, इतने दिन गुरुद्वारे जाते, इतनी अक्ल भी नहीं है,
ਉਹਨਾਂ ਦਾ ਬੱਚਾ ਪੁੱਛ ਰਿਹਾ ਸੀ ਉਹਨਾਂ ਦੇ ਮਾਂ-ਪਿਓ ਨੂੰ, ਕਹੀਏ ਤੁਸੀਂ ਬੱਚੇ ਨੂੰ ਕੁਛ ਨਹੀਂ ਸਿਖਾਇਆ? ਤਾਂ ਜੇ ਬੱਚਾ ਪੜ੍ਹ ਗਿਆ, ਬਸ ਸਕੂਲ ਕਾਲਜ ਪੜ੍ਹਦੇ ਹੀ ਰਹਿੰਦੇ ਹੋ, ਗੁਰਬਾਣੀ ਨਹੀਂ ਪੜ੍ਹਦੇ, ਸਮਝਦੇ ਨਹੀਂ। ਜਦੋਂ ਅਸੀਂ ਇੰਝ ਪੁੱਛਣ ਵਾਲੇ ਨੂੰ ਟੌਂਟ ਕਰਦੇ ਆ, ਪੁੱਛਣ ਵਾਲੇ ਨੂੰ ਆਪਣੀ ਬਾਡੀ ਲੈਂਗੁਏਜ ਵਿੱਚ ਸ਼ੋ ਕਰਦੇ ਆ, ਤੈਨੂੰ ਨਹੀਂ ਪਤਾ ਮੈਨੂੰ ਪਤਾ ਹੈ ਨਾ, ਤਾਂ ਉਹ ਐम्बैरेस ਹੋ ਜਾਂਦਾ ਹੈ। ਇਸ ਕਰਕੇ ਆਮ ਤੌਰ ਤੇ ਲੋਕੀ ਕੁਐਸਚਨ ਕਰਦੇ ਹੀ ਨਹੀਂ ਹਨ। ਹੁਣ ਦੇਖੋ ਅੱਜ ਕੱਲ ਪੈਂਡੈਮਿਕ ਕਰਕੇ ਅਸੀਂ ਸਾਰਿਆਂ ਨੂੰ ਤਜਰਬਾ ਤੇ ਨਹੀਂ ਸੀ ਨਾ ਕਿ ਲਾਕਡਾਊਨ ਵਿੱਚ ਕਿਵੇਂ ਰਹੀਦਾ ਹੈ। ਤੇ ਲਾਕਡਾਊਨ ਵਿੱਚ ਰਹਿ ਕੇ ਜੋ ਸਾਡੀਆਂ ਫੀਲਿੰਗਸ ਆ ਰਹੀਆਂ ਨੇ, ਜੋ ਸਾਨੂੰ ਇਮੋਸ਼ਨਸ ਆ ਰਹੇ ਨੇ, ਜੋ ਅਸੀਂ ਸਪਰੈਸਡ ਆ, ਜੋ ਅੰਦਰੋਂ ਜੋ ਕੁਝ ਨਿਕਲਣਾ ਚਾਹੀਦਾ ਸੀ ਉਹ ਨਿਕਾਲ ਨਹੀਂ ਪਾ ਰਹੇ ਹਾਂ, ਤਾਂ ਅਸੀਂ ਸਾਰੇ, ਆਦਤ ਤੇ ਹੈ ਹੀ ਨਹੀਂ ਕਿ क्वेश्चन करिए, आदत है ही नहीं कि किसी ਨਾਲ शेयरिंग करिए, आदत है ही नहीं कि गलबात करिए, है ना। शायद वेस्टर्न कंट्रीज ने इसी करके काउंसलर बनाए सी कि जाके ਉਹਦੇ ਨਾਲ ਗੱਲ ਕਰੋ, ਪਰ ਉਹ ਚਲਾ ਗਿਆ ਪ੍ਰੋਫੈਸ਼ਨ ਵਾਲੇ ਪਾਸੇ, ਪੈਸੇ ਵਾਲੇ ਪਾਸੇ, ਤੇ ਲੋਕੀ ਆਪਣੀ ਆਪਣੇ ਇਮੋਸ਼ਨਸ, ਆਪਣੀ ਪ੍ਰਾਈਵੇਟ ਗੱਲਾਂ ਕਿਸੇ ਨਾਲ ਵੀ ਖੋਲਣ ਨੂੰ ਤਿਆਰ ਹੀ ਨਹੀਂ, ਹੈ ਨਾ। Right. ਆਪਣੇ ਘਰਾਂ ਦੇ ਮੈਂਬਰਸ ਨਾਲ ਵੀ ਨਹੀਂ ਡਿਸਕਸ ਕਰਦੇ। ਵਾਈ ਵੀ ਬਿਲੀਵ ਇਨ ਜੁਆਇੰਟ ਫੈਮਿਲੀਜ਼, ਕਿ ਕਈ ਵਾਰੀ ਬੱਚਾ ਆਪਣੇ ਪਿਓ ਦੇ ਨਜ਼ਦੀਕ ਇਤਨਾ ਨਹੀਂ ਹੁੰਦਾ ਜਿੰਨਾ ਆਪਣੇ ਚਾਚੇ ਦੇ ਨਾਲ ਫਰੈਂਡਲੀ ਹੋ ਜਾਂਦਾ ਹੈ। ਉਹ ਜਾ ਕੇ ਚਾਚੇ ਦੇ ਨਾਲ ਖੁੱਲ ਕੇ ਗੱਲ ਕਰ ਲੈਂਦਾ ਹੈ, ਮਾਸੀ ਭੂਆ ਦੇ ਨਾਲ ਕਰ ਲੈਂਦਾ ਹੈ, ਕਜ਼ਨ ਬ੍ਰਦਰ ਸਿਸਟਰ ਨਾਲ ਕਰ ਲੈਂਦਾ ਹੈ। ਜੁਆਇੰਟ ਫੈਮਿਲੀ ਦੇ ਕਿੰਨੇ ਬੈਨੀਫਿਟ ਹੁੰਦੇ ਨੇ, ਹੈ ਨਾ। ਇਸ ਕਰਕੇ ਜਿਹੜਾ ਅਸੀਂ ਟੌਪਿਕ ਡਿਸਕਸ ਕਰਦੇ ਹਾਂ ਉਹਦੇ ਰਿਲੇਟਿਡ ਕੁਐਸਚਨਸ ਤੋਂ ਬਾਅਦ ਅਸੀਂ ਜਦੋਂ ਸਤਿਗੁਰ ਦੀ ਗੱਲ ਸੁਣ ਸੁਣ ਕੇ, ਬਾਣੀ ਪੜ ਪੜ ਕੇ ਆਪਣੀ ਇੰਟਰੋਸਪੈਕਸ਼ਨ ਸਿੱਖਦੇ ਆ ਨਾ, ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਟਿਊਨਡ ਕਿੱਥੋਂ ਕਿੱਥੋਂ ਨਹੀਂ ਆ, ਮੇਰਾ ਵੋਲਿਊਮ ਕਿੱਥੋਂ ਫਿਕਸ ਅਪ ਹੋਣਾ ਚਾਹੀਦਾ ਹੈ, ਮੇਰਾ ਸਪੀਕਿੰਗ ਵੋਲਿਊਮ ਦਾ ਪੋਟੈਂਸ਼ੀਓਮੀਟਰ ਘਟਣਾ ਚਾਹੀਦਾ ਹੈ, ਮੇਰੇ ਕਾਰਨ ਕਿਸੇ ਹੋਰ ਨੂੰ ਡਿਸਟਰਬੈਂਸ ਨਾ ਹੋਵੇ, ਹੈ ਨਾ। ਕਈ ਵਾਰੀ ਮੈਂ ਘਰਾਂ ਵਿੱਚ ਲੋਕਾਂ ਦੇ ਸੁਣਿਆ, ਬਜ਼ੁਰਗ ਕਹਿੰਦੇ ਨੇ ਬਾਹਰ ਰੌਲਾ ਪੈ ਰਿਹਾ ਹੈ, ਬਾਹਰ ਗਲੀ 'ਚ ਲਾਊਡ ਸਪੀਕਰ ਉੱਚਾ ਉੱਚਾ ਬੋਲ ਰਿਹਾ ਹੈ, ਕਿਸੇ ਵੀ ਤਥਾਕਥਿਤ ਧਾਰਮਿਕ ਸਥਾਨ ਦਾ ਉੱਚਾ ਸਪੀਕਰ ਵੱਜ ਰਿਹਾ, ਮੇਰੇ ਸਿਰ ਤੇ ਵੱਜ ਰਿਹਾ, ਮੈਨੂੰ ਨੀਂਦ ਨਹੀਂ ਆ ਰਹੀ, ਮੇਰਾ ਸਿਰ ਦਰਦ ਹੋ ਰਿਹਾ ਹੈ। ਉਹਨਾਂ ਨੂੰ ਤੇ ਚੁੱਪ ਨਹੀਂ ਕਰਾ ਸਕਦੇ, ਪਰ ਹਾਂ ਇਹ ਸਿੱਖ ਸਕਦੇ ਹਾਂ ਕਿ ਅਸੀਂ ਇਸ ਤਰੀਕੇ ਦਾ ਸਿਸਟਮ ਉੱਚੇ ਉੱਚੇ ਮਾਈਕ ਲਗਾ ਕੇ ਗਲੀ ਗਲੀ ਵਿੱਚ ਲੋਕਾਂ ਨੂੰ ਡਿਸਟਰਬ ਨਾ ਕਰਾਂਗੇ, ਹੈ ਨਾ। ਬਟ ਇਹ ਤੇ ਹੋ ਗਿਆ ਬੁਲਾਰੇ ਦਾ ਔਰ ਸਪੀਕਰ ਦਾ, ਲੇਕਿਨ ਘਰ ਦੇ ਅੰਦਰ ਸਿੱਖਾਂਗੇ ਹਾਊ ਟੂ ਕੀਪ ਮਾਈ ਪੋਟੈਂਸ਼ੀਓਮੀਟਰ ਕੰਟਰੋਲਡ ਵੋਲਿਊਮ, ਹੈ ਨਾ। ਇੰਜ ਫਿਰ ਦੂਜਾ ਸਿੱਖਾਂਗੇ ਹਾਊ ਟੂ ਫਿਕਸ ਅਪ ਮਾਈ ਲਿਸਨਿੰਗ, ਹੈ ਨਾ। ਹਰ ਵੇਲੇ ਆਕੜੀ ਗਰਦਨ ਦੇ ਨਾਲ ਔਰ ਹਰ ਵੇਲੇ ਕ੍ਰੋਧਿਤ ਅੱਖਾਂ ਦੇ ਨਾਲ, ਇਹ ਵਾਲੀ ਸਾਰੀ ਇੰਟਰੋਸਪੈਕਸ਼ਨ ਗੁਰੂ ਦੀ ਬਾਣੀ ਪੜ ਪੜ ਕੇ ਅਸੀਂ ਸਿੱਖਦੇ ਹਾਂ। ਤੇ ਜਦੋਂ ਸਿੱਖ ਜਾਂਦੇ ਆ ਨਾ ਔਰ ਪ੍ਰੈਕਟਿਸ ਵਿੱਚ ਲੈ ਆਉਂਦੇ ਆ, ਇਹਨੂੰ ਗਾਉਣਾ ਕਹਿੰਦੇ ਨੇ। ਜਿਸ ਪਾਸੇ ਸੁਰਤ ਗਈ ਉਹ ਵਾਲੀ ਗੱਲ ਨੂੰ ਸੁਣਿਆ, ਉਹ ਵਾਲੀ ਗੱਲ ਸੁਣ ਕੇ ਆਪਣੇ ਆਪ ਨੂੰ ਫਿਕਸ ਅਪ ਕੀਤਾ, ਤਾਂ ਮਾਨੋ
मैं अपनी सारी बॉडी दा म्यूजिकल इंस्ट्रूमेंट फिक्सअप कीता, सुर ताल विच कीता ते मेरी बॉडी दा रोम रोम गा रहा है। ਇਹਨੂੰ ਕਹਿੰਦੇ ਨੇ ਧੰਨ ਧੰਨ ਹੋਏ राम बेन बाजे, मेरी सारी बॉडी की बंसरी बज रही है ना। इस करके साडा पिछला पॉइंट जिहड़ा सी दैट इज गाउना। उस तो बाद अगला 14वां पॉइंट आया वेले दा राग गाउना। तो असी छोटे छोटे एग्जाम्पल दे नाल वेले दा राग ये भी समझे कि मेरी सारी जिंदगी कीमती बेला है। सिर्फ सवेरे सवेरे ही कर लैण दे नाल अमृत वेला नहीं बन जाता। सवेरे सवेरे करके सारे दिन विच मैं अपने आप को ट्यून रखना है ताकि मेरी सारी जिंदगी 24 आवर 7 मेरा अमृत वेला सच ना वड्याई विचार बन सके। तो वेले दा राग गाउना हो गया। पर मैं 2 टाइम सवेरे शाम गुरुद्वारे जावा या सवेरे शाम पाठ करा, पर 24 आवर्स मेरे बिहेवियर विच ओ मैं ना जीवा, तां फिर मैं कुवेले दे राग गांदा हां। पर वेला जिहड़ा सो काड़ घड़ी दा सी, उस मुताबक सिर्फ मैं धार्मिक कर्म कांड कीता सी। वो करना माड़ी गल नहीं, पर दैट इज द स्टार्ट that can be expanded 24 hours। सो असी जिंदगी नू अमृत वेला बना लांगे तां सारी जिंदगी वेले दा राग गा सकदे आ। इस भुलेखे च नहीं पैना कि असी लिविंग ट्रेजर विच कदी ये मना करदे होइए कि सवेरे अमृत वेले नहीं जागना चाहिए। असी नहीं कहंदे, ਅਸੀਂ ਇਹ ਕਹਿੰਦੇ ਹਾਂ ਸਮਝਣਾ ਇਹ ਹੈ ਕਿ ਤੁਹਾਡੇ ਕੰਮਕਾਜ, ਤੁਹਾਡੀ ਫੈਮਿਲੀ, ਤੁਹਾਡੇ ਟੱਬਰ, ਤੁਹਾਡੇ ਘਰਾਂ ਦੇ ਬਜ਼ੁਰਗਾਂ ਦੀ ਨੀਡਸ ਦੇ ਮੁਤਾਬਕ ਜਦੋਂ ਤੁਸੀਂ ਸਵੇਰੇ ਉੱਠੋ, ਜਿਸ ਵੇਲੇ ਵੀ ਉੱਠੋ, ਆਪਣਾ ਹਰ ਕੰਮ ਸਿੰਸੀਅਰਲੀ ਕਰੋ ਤਾਂ ਵੇਲੇ ਦਾ ਰਾਗ ਹੈ। जे सिंसियरली प्रेजेंट होके ना करो तो कुवेले दा राग गा रहे हाँ। है सतविंदर जी? हाँ जी वीर जी। सो कुवेले दा राग गांदियां गांदियां एक होर डायरेक्शन विच जा सकदे हां। फर्ज करो बच्चा इस वेले टॉय या चॉकलेट मंग रहा है, ਅਸੀਂ ਉਹਨੂੰ कह रहे नहीं पहले सुना एक ओंकार सतनाम कर, वो कह रहे मेरे को चॉकलेट है, वो बाहर आइसक्रीम वाला आया वो चला जाएगा, बच्चा रो रहा है। ਅਸੀਂ ਉਹਦੇ ਨਾਲ गिव एंड टेक, रिवार्ड एंड पनिशमेंट दी साइकोलॉजिकल एक गेम खेड रहे हैं। पहले सुनाओ फिर लेके देंगे। रिवार्ड एंड पनिशमेंट है ना। ਅਸੀਂ ਕੁਵੇਲੇ ਦਾ ਰਾਗ ਗਾ ਰਹੇ ਹਾਂ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਵੇਲੇ ਬੱਚੇ ਦਾ ਦਿਲ ਲੈ ਲਈਏ। ਇੰਜ 24 ਆਵਰਸ ਸਾਰੇ ਘਰ ਦੇ ਮੈਂਬਰਸ ਸਾਡੇ ਕੋਲ ਕੋਈ ਆ ਕੇ ਕਵੇ ਕਿ मेरी ना एक प्रॉब्लम है, ਅਸੀਂ ਉਹਨੂੰ ਗੁਰਬਾਣੀ ਦੀ ਗ੍ਰਾਮਰ ਔਰ ਸ਼ਬਦ ਦੇ ਅਰਥ ਸੁਣਾਣੇ ਸ਼ੁਰੂ ਕਰ ਦਈਏ ਤਾਂ ਇੱਕ ਕੁਵੇਲੇ ਦਾ ਰਾਗ ਹੋ ਜਾਏਗਾ ਨਾ। ਸੋ ਗੁਰਬਾਣੀ ਨੇ ਨਾ ਸਾਨੂੰ ਉसी ਪਾਈਪਲਾਈਨ ਅੰਦਰ ਰਹਿਣਾ, ਉਸੇ ਮੁੱਦੇ ਉਸੇ ਟੌਪਿਕ ਦੇ ਨਾਲ ਜੁੜੇ ਰਹਿਣਾ, सुरत करके डिविएट ना होना,
ਇਹ ਸਿਖਾਉਣ ਵਾਸਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਨਾ ਲੜੀਵਾਰ ਟੌਪਿਕ ਨੇ। ਜਦੋਂ ਇੱਕ ਰਾਗ ਸ਼ੁਰੂ ਹੋਇਆ ਤੇ ਇੱਕ ਪਾਰਟਿਕੂਲਰ ਟੌਪਿਕ ਦੇ ਸਬਜੈਕਟਸ ਨੂੰ ਉਹਦੇ ਦੇ ਅੰਦਰ ਸਬ ਟਾਈਟਲਸ ਨੂੰ ਲੈ ਕੇ ਉਹੋ ਦੇ ਆਸ-ਪਾਸ ਗੁਰੂਆਂ ਦੀ ਬਾਣੀ, ਭਗਤਾਂ ਦੀ ਬਾਣੀ ਲੈ ਕੇ ਡਿਸਕਸ ਕੀਤਾ ਹੋਇਆ ਹੈ, ਤਾਂ ਕਿ ਅਸੀਂ ਇੱਕ ਜਗ੍ਹਾ ਫੋਕਸਡ ਰਹੀਏ। ਸਾਨੂੰ ਰਿਪੀਟਿਡ ਲਫ਼ਜ਼ ਲੱਗਦੇ ਨੇ, ਉਹ ਸਾਨੂੰ ਰਿਪੀਟਿਡ ਸ਼ਬਦ ਲੱਗਦੇ ਨੇ, ਪਰ ਹੈ ਨਹੀਂ ਹੈ। ਸੋ ਕੋਈ ਮਨੁੱਖ ਜਦੋਂ ਪ੍ਰੋਬਲਮ ਵਿੱਚ ਹੈ, ਉਸ ਵੇਲੇ ਉਹਨੂੰ ਧਰਮ ਦੀਆਂ ਗੱਲਾਂ ਪੜ੍ਹਾਉਣਾ ਕੁਵੇਲੇ ਦਾ ਰਾਗ ਹੁੰਦਾ ਹੈ। ਅਸੀਂ ਜਿਹਨੂੰ ਮਰਜ਼ੀ ਪਕੜ ਕੇ ਧਰਮ ਦੀਆਂ ਗੱਲਾਂ ਪੜ੍ਹਾਉਣ ਲੱਗ ਪੈਂਦੇ ਹਾਂ, ਉਹਦੇ ਡੰਡਾ ਰੱਖ ਕੇ, ਹੈ ਨਾ। ਕਿਉਂਕਿ ਅਸੀਂ ਸ਼ੋਅ ਕਰਨਾ ਮੈਂ ਬੜਾ ਧਰਮੀ ਹਾਂ, ਮੈਨੂੰ ਤੇ ਮੌਕਾ ਮਿਲਣਾ ਚਾਹੀਦਾ ਧਰਮ ਦੀ ਗੱਲ ਕਰਦੇ ਆ, ਹੈ ਨਾ। ਕਦੀ ਵੀ ਇਹ ਓਵਰ ਕੌਨਫੀਡੈਂਸ ਨਹੀਂ ਆਉਣ ਦੇਣਾ ਮੈਨੂੰ ਸਭ ਕੁਝ ਪਤਾ ਔਰ ਮੈਂ ਸਭ ਨੂੰ ਦੱਸ ਸਕਦਾ। ਮੈਂ ਇੱਕ ਜਗ੍ਹਾ ਪੜ੍ਹਿਆ ਸੀ, ਅਮਰੀਕਾ ਤੋਂ ਪਲੇਨ ਉੜਿਆ ਤੇ ਇੱਕ ਗੋਰਾ ਅੰਗਰੇਜ਼ ਆਪਣੇ ਨਾਲ ਵਾਲਾ ਬੱਚਾ, ਹੋਰ ਫੈਮਿਲੀ ਦਾ ਬੱਚਾ ਸੀ, ਉਹਨੂੰ ਪੁੱਛਦਾ ਹੈ, ਡੂ ਯੂ ਨੋ ਸਮਥਿੰਗ ਅਬਾਊਟ ਗੋਡ? ਤਾਂ ਬੱਚਾ ਬੜਾ ਇਨੋਸੈਂਟਲੀ ਕਹਿੰਦਾ, no I don't know. So now this fellow, he thought ਮੇਰਾ ਤੇ ਕੰਮ ਬਣ ਗਿਆ, ਮੈਂ ਤੇ PhD ਹਾਂ ਗੋਡ ਦੇ ਸਬਜੈਕਟਸ ਬਾਰੇ, ਤੇ ਮੈਨੂੰ ਤੇ ਹੁਣ ਫਲਾਈਟ ਅੰਦਰ ਲੈਕਚਰ ਦੇਣ ਦਾ ਚਾਂਸ ਬਣ ਗਿਆ। So he said, you have never heard about God? When you have fear, what you do? ਤਾਂ ਬੱਚਾ ਕਹਿੰਦਾ, I sleep with my mother. ਬੱਚਾ ਇਨੋਸੈਂਟਲੀ ਬੋਲ ਰਿਹਾ ਸੀ, ਤਾਂ ਕਹਿੰਦਾ, but don't you know anything about God? ਬੱਚਾ ਕਹਿੰਦਾ, no. ਇਹਨੇ ਥੋੜਾ ਜਿਹਾ ਉਹਦੇ ਉੱਤੇ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ, ਜਿਹੜੀ ਸਾਡੀ ਸਭ ਦੀ ਆਦਤ ਹੈ ਨਾ। ਉਹ ਬੱਚਾ ਆਪਣੀ ਨੋਟਬੁੱਕ ਖੋਲਦਾ ਹੈ, ਜੋ ਵੀ ਨਰਸਰੀ KG ਦੀ ਪਿਕਚਰਸ ਦੇ ਨਾਲ ਬਣੀ ਹੁੰਦੀ ਹੈ, ਉਹਦੇ ਵਿੱਚ ਇੱਕ ਬੱਕਰੀ ਬਣੀ ਹੋਈ ਸੀ, ਤੇ ਪੁੱਛਦਾ ਹੈ, ਇਹ ਬੱਕਰੀ, ਇਹ ਦੇਖੋ ਇਹ ਕੀ ਖਾਂਦੀ ਹੈ? ਉਹ ਲੈਕਚਰ ਦੇਣ ਵਾਲਾ who knows about God ਕਹਿੰਦਾ ਹੈ, ਹਰੇ ਪੱਤੇ ਖਾਂਦੀ ਹੈ। ਤਾਂ ਉਹ ਬੱਚੇ ਨੇ ਉਹ ਬੱਕਰੀ ਦੀ ਜਿਹੜੀਆਂ ਮੀਂਗੜਾਂ ਨਿਕਲਦੀਆਂ ਨੇ ਉਹ ਦਿਖਾਈਆਂ, ਕਹਿੰਦੀ, what is this? ਉਹਨੇ ਕਿਹਾ, ਬੱਕਰੀ ਦੀ ਸ਼ਿਟ। ਉਹ ਤੇ ਗੋਡ ਬਾਰੇ ਸਭ ਕੁਝ ਜਾਣਦਾ ਤੇ ਬੋਲ ਹੀ ਸਕਦਾ ਸੀ ਨਾ। ਕਹਿੰਦੀ ਹੈ, ਕੈਨ ਯੂ ਟੈਲ ਮੀ ਕਿ ਖਾਂਦੀ ਤੇ ਹਰੇ ਪੱਤੇ ਹੈ, ਪਰ ਇੰਝ ਕਿਵੇਂ ਬਣ ਗਏ? ਉਹ ਨਿੱਕਾ ਬੱਚਾ ਉਹਨੂੰ ਪੁੱਛ ਰਿਹਾ, ਕਹਿੰਦਾ, ਆਈ ਡੋਂਟ ਨੋ। ਤਾਂ ਉਹਨੇ ਆਪਣਾ ਇਹ ਐਪੀਸੋਡ ਇੱਕ ਜਗ੍ਹਾ ਲਿਖਿਆ ਸੀ, ਜਿੱਥੋਂ ਮੈਨੂੰ ਸੁਣਨ ਨੂੰ ਮਿਲਿਆ। ਕਹਿੰਦਾ, ਮੈਨੂੰ ਇੰਨੀ ਸ਼ਰਮ ਆਈ ਕਿ ਮੈਂ ਉਸ ਬੱਚੇ ਨੂੰ ਗੋਡ ਬਾਰੇ ਕਹਿ ਰਿਹਾ ਸੀ, ਤਾਂ ਉਹ ਬੱਚਾ ਮੈਨੂੰ ਕਹਿੰਦਾ, ਬੜੇ ਅਸਮਾਨ ਤੇ ਬੈਠੇ ਆ, ਬੜੇ ਵੱਡੀ ਤਾਕਤ ਗੋਡ ਦੀਆਂ ਗੱਲਾਂ ਕਰਦਾ ਹੈ, ਮੈਨੂੰ ਦੱਸਦੇ ਪਏ ਹੋ ਗੋਡ ਬਾਰੇ, ਬੱਕਰੀ ਹਰੇ ਪੱਤੇ ਖਾਂਦੀ ਹੈ ਤੇ ਇਸ ਤਰ੍ਹਾਂ ਮੀਂਗਣਾ ਕਿਵੇਂ ਬਣ ਜਾਂਦੀ ਹੈ? ਇਤਨੀ ਜੀ ਤੇ ਗੱਲ ਤੁਹਾਨੂੰ ਪਤਾ ਨਹੀਂ ਹੈ, ਮੈਨੂੰ ਗੋਡ ਦਾ ਲੈਕਚਰ ਦੇਣ ਆਏ ਹੋ। ਤੇ ਅਸੀਂ ਇਹ ਵੀ ਸਭ ਨੇ ਗੱਲ ਸੁਣੀ ਹੋਈ ਹੈ ਕਿ ਇੱਕ ਪੰਡਤ ਜੀ ਸਵੇਰੇ ਸਵੇਰੇ ਨਿੱਕਾ ਬੱਚਾ ਨਦੀ ਦੇ ਕਿਨਾਰੇ ਤੇ ਮਿਲਿਆ ਹੈ, ਤੇ ਉਹ ਬੱਚਾ ਦੀਵਾ ਲੈ ਕੇ ਆ ਰਿਹਾ ਹੈ, ਤਾਂ ਹੁਣ ਪੰਡਤ ਜੀ ਉਹਨੂੰ ਲੈਕਚਰ ਦੇਣ ਲੱਗੇ ਨੇ ਰੱਬ ਦੇ ਬਾਰੇ, ਗਿਆਨ ਬਾਰੇ, ਗ੍ਰੰਥਾਂ ਬਾਰੇ। ਤਾਂ ਉਹ ਬੱਚਾ ਦੀਵਾ ਲੈ ਕੇ ਆਇਆ, ਤਾਂ ਪੰਡਤ ਜੀ ਉਹਨੂੰ ਪੁੱਛਦੇ ਨੇ, ये क्या है? कहता दीपक। कहता ये क्या जल रहा है? उन्हें क्या? ज्योति।
पंडित जी ने पूछा, मालूम है ये ज्योति कहाँ से आती है? वो बच्चा कहता, नहीं मुझको नहीं मालूम। तब पंडित जी पता है की कहते ने, लो जी काम बन गया, ਲੈਕਚਰ ਝਾੜਨ ਦਾ ਟਾਈਮ ਬਣ ਗਿਆ, ਹੁਣ ਮੈਂ ਇਸ ਗਿਆਨ ਝਾੜ ਦਿਆਂਗਾ ਪੂਰੇ ਦੇ ਤੇ। That's how we show off. That's how we try, ਮੈਨੂੰ ਸਭ ਕੁਝ ਪਤਾ ਹੈ। That is called over confidence, है ना? 10 पंक्तियां सुनातियां ढेर सारियां एंड जल्दी जल्दी ना, फिर इस पंक्ति का करोगे, वो पंक्ति उंज क्यों होएगा, ये क्यों होएगा, इंज गल्ला करदे आ ना सी। बस कोई जरा जिहा गलत बोले, उत्थे ही ओदा मुंह पकड़ लैंदे आ। So Pandit ji got the chance to speak on Dharam Granths on very small baby who does not know ये ज्योति कहाँ से आती है। तो बच्चे ने क्या, पंडित जी आपका ये उत्तर मुझे नहीं आता। ते पंडित जी जदों लेक्चर देना शुरू करन लगे, तब बच्चे ने क्या, पंडित जी 1 मिनट, उन्हें फूक मार के दीवा बुझा दिता। कहता, पंडित जी ये बताओ ये ज्योति कहाँ चली गई? पंडित जी चुप। So now he said, जहां ये चली गई है वहीं से आती है ज्योति। सानू ये गल है सिखांदी है, सानू सब कुछ नहीं पता। सब कुछ पता होने दा जिहड़ा मान है ना, एक वेले दा राग हो गया। क्यों? क्योंकि लास्ट टाइम तुसी सारिਆਂ ने, मनजीत कौर टीचर भैन जी ने ते अरविंदर कौर भैन जी ने ते रिंपल जी ने सारिਆਂ ने मल्टीटास्किंग दी गल करके अल्टीमेटली सारिਆਂ ਦੀਆਂ ਗੱਲਾਂ ਦਾ ਹੀ ਨਿਚੋੜ ਨਿਕਲਿਆ ਸੀ ਨਾ, लिसनिंग ता ओवर कॉन्फिडेंस हो गया, सब कुछ पता है ते लिसनिंग नहीं है, ता गा ही नहीं रहे हैं, बल्कि कुवेले दा राग गा रहे हैं। मेरी अवस्था गाउन वाली नहीं बनी है, गुण गोबिंद गायो नहीं, वाजे तबले नाल गा लैण वाले गाए दी गल नहीं चल रही। मेरी लिसनिंग ठीक नहीं है, नहीं होया। मन कर कबू ना हर गुण गायो। धर्म दियां गल्लां सीख लैणियां, पंक्तियां याद कर लैणियां, कंप्यूटर चो 50-50 पंक्तियां कढ के बोल देना, है ना? पर गुर उपदेश सुनियो ना कानन, पशु जो उदर भरों। पशु हुंदा एनीमल, एनीमल जिस तरह खा खा के चारा पेट भर लैंदा है, इंज मैं धर्म दियां गल्लां, धर्म ग्रंथ दे श्लोक ते पंक्तियां ते याद कर लईयां, खा लिया, ढेर सारा पेट भर लिया दिमाग दा, पर गुर उपदेश सुनियो ना कान। कीनो अपनो पायो, पशु जो उदर भरों वाली जिहड़ी साडी आदत है ना, उस बारे ध्यान करना है। जे मैनू भुलेखा पै जाए कि मैं ते बड़ा बोलदा, मैनू बड़ी समझ है, मैं अपनी वोटी नू, अपने बच्चे नू, अपने मां प्यो नू, अपने भैन भरा नू, अपने धियां पुत्रां नू, सब नू मैं लेक्चर दे सकदा, सिखा सकदा, तां मेरा भुलेखा है। नो, वी कैन नॉट टीच टू एनीवन। जे जात समझ आ जाए तो मनु वेले दा राग गाउन वास्ते अपने आप नू ट्यून करना आ रहा है। पर असी हमेशा कुवेले दा राग गांदे हां। सो साडे पिछले 2 टॉपिक वेले दा राग गाउना,
ठीक वक्त उत्ते मौके दा काम करना, ठीक वक्त उत्ते। मेरी घर वालियां नूं लोड़ है, मेरी मां नूं इस वेले वो बीमार है, बुजुर्ग है ना, और शी नीड्स कि मेरा बेटा या कोई मैनू पानी गर्म कर देवे, कोई मैनू चाह दे देवे, मैं बैठ तो नहीं उठ सकती, तब मैं उस वेले कहां मैं ते सैर करन जा रहा, मां जी है ते मेरा स्विमिंग दा वेला है, नहीं है ते मेरे पढ़न दा वेला है, नहीं है ते मेरे होम मेरे ऑफिस दे प्रोजेक्ट दा वेला है। वेले दा राग गाया ना मैं, वेले सिर वक्त ते मैं वक्त दी नाजुकता नहीं समझिया ना, वेले दा राग हो गया ना। एकदम तक गाउना जेड़ी टर्म है ना, गाउना इन पॉजिटिव सेंस, टू इंप्रूव माई बॉडी लैंग्वेज, टू इंप्रूव माई सेंसेस, टू इंप्रूव मी रोम, टू इंप्रूव रोम करके ਇਹਨੂੰ ਕਹਿੰਦੇ ਨੇ ਜੇ ਜੁਗ ਚਾਰ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਸਾਰੇ ਖੰਡਾਂ ਵਿੱਚ, ਨਾਲ ਚਲੇ ਸਭ ਕੋਈ, ਸਾਰੇ ਅੰਗ ਰੋਮ ਰੋਮ ਜਦੋਂ ਟਿਊਨਡ ਹੋ ਜਾਣ, ਇਹਨੂੰ ਬੰਸਰੀ ਵਜਾਣਾ ਕਹਿੰਦੇ ਨੇ, ਇਹਨੂੰ ਵੀਣਾ ਸਿਤਾਰ ਵਜਾਣਾ ਕਹਿੰਦੇ ਨੇ, ਇਹਨੂੰ ਆਪਣੀ ਜ਼ਿੰਦਗੀ ਦਾ ਸਾਜ਼ ਸੁਰ ਕਰਨਾ ਕਹਿੰਦੇ ਨੇ। कबीर साहब कहते ने टूट गई सब तार, मैं अपना साज बजाना सीखना है, जो हम जंत बजावते है ना। कबीर साहब कहते ने अब वो नाचनू ना आवे, मेरा मन मांदलिया ना बजावे, मैं रॉन्ग स्टाइल दा बगैर सुर कीता होया अनट्यून्ड साज नहीं हाँ हम, है ना। इंज असी ਜਿਹੜੇ ਸੱਜਣ ਨਵੇਂ ਆਏ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਕਿ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਰਾਗ ਵਿੱਚ ਨਹੀਂ ਰਹਿੰਦੇ ਹਾਂ, ਤਾਂ ਮੇਰੀ ਮੱਤ ਵੀ ਖਰਾਬ ਹੁੰਦੀ ਜਾਂਦੀ ਹੈ। ਮਨ ਜਾਣੇ ਸਭ ਬਾਤ, कोयले दा राग शुरू है ना। मन जाने सब बात, जानत ही अवगुण करे। अवगुण की हुंदा है? गलती कर देना, मिसडीड कर देना, मिसबिहेव कर देना, कोई गलत काम कर देना नू अवगुण नहीं कहते। सब तो वड्डा अवगुण की है? इग्नोरेंस। मान जाने सब बात, लिसनिंग क्लोज्ड, इग्नोरेंस अवगुण है। जानत ही मुझे सब कुछ पता है, व्हाई शुड आई लिसन, बस यही अवगुण है। अब अवगुण का पूरा तूफान पहाड़ टूट जाएगा मेरे ऊपर, अब अवगुण का फ्लड आ जाएगा मेरे ऊपर, अब अवगुणों का पुलंदा बन जाऊंगा मैं, है ना। मान जाने सब बात, जानत ही अवगुण करे, तू इग्नोरेंट हो गया, बस जर्नी पुठे पासे शुरू हो गई। हुण वाइसिस जमा दा डेरा अटैक करेगा, कूड़ फिरे प्रधान वे लालो हो गया, श्रम धर्म दो छप खलोए, श्रम तू कीता नहीं के सच सुनू, श्रम तू कीता नहीं के सच सुनूंगा तो मैं उसकी प्रैक्टिस करूंगा ना।
श्रम धर्म दोए छप खलोए, दोनों फेड हो गए। कूड़ फिरै प्रधान वे लालो, कूड़ इज evil फौज, vice is the फौज attacks on you। हो गया ना, अवगुण हो गया। You have ignored to listen। बस ਇਹ ਅਸੀਂ ਪਿਛਲੀ ਵਾਰੀ ਤੱਕ ਸਿੱਖਿਆ, ਠੀਕ ਵਕਤ ਉੱਤੇ ਮੌਕੇ ਦਾ ਕੰਮ ਕਰਨਾ, ਵੇਲੇ ਦਾ ਰਾਗ ਗਾਉਣਾ ਹੈ, ਵਰਨਾ ਅਸੀਂ ਹਰ ਵੇਲੇ ਕੁਵੇਲੇ ਦਾ ਹੀ ਰਾਗ ਗਾਉਂਦੇ ਹਾਂ। ਆਪਣੀ ਹਰ ਰਿਲੇਸ਼ਨਸ਼ਿਪ ਵਿੱਚ, ਆਪਣੇ ਹਰ ਸੁਭਾਅ ਵਿੱਚ, ਆਪਣੇ ਥਾਟ ਪ੍ਰੋਸੈਸ ਵਿੱਚ, ਸਭ ਜਗ੍ਹਾ ਕੁਵੇਲੇ ਦਾ ਰਾਗ ਗਾਉਂਦੇ ਹਾਂ। ਜਦੋਂ ਸੱਚ ਨੂੰ ਇਗਨੋਰ ਕਰਦੇ ਹਾਂ। ਇਸ ਕਰਕੇ ਸਾਨੂੰ ਕਿਹਾ ਹੈ, ਜਦੋਂ ਮੈਂ ਰਿਅਲਾਈਜ਼ ਕਰ ਲਵਾਂ ਕਿ ਵੇਅਰ ਆਈ ਐਮ ਮਿਸਟੇਕਨ, ਕੁਵੇਲੇ ਦਾ ਰਾਗ ਮੈਂ ਗਾਇਆ, ਮੈਂ ਸੁਣਨਾ ਚਾਹੁੰਦਾ ਹੀ ਨਹੀਂ। ਮੈਂ ਬਾਇਸਡ ਵੀ ਹਾਂ, ਮੈਨੂੰ ਓਵਰ ਕੌਨਫੀਡੈਂਸ ਵੀ ਹੈ ਕਿ ਸਭ ਕੁਝ ਪਤਾ ਹੈ। ਨਾ ਮੈਂ ਪੜ੍ਹਨਾ ਚਾਹੁੰਦਾ ਹਾਂ, ਨਾ ਮੈਂ ਸੁਣਨਾ ਚਾਹੁੰਦਾ ਹਾਂ, ਨਾ ਮੈਂ ਸਿੱਖਣਾ ਚਾਹੁੰਦਾ ਹਾਂ। ਉਹ ਮੈਨੂੰ ਇੱਕ ਜੋਕ ਯਾਦ ਆ ਗਿਆ ਕਿ पत्नी ने पति ਨੂੰ किया, आपको कितनी बारी बोला है कि चप्पल यहां मत रखा करो, वहां बाहर रख के आया करो। तब कहता मैं भूल गया। कहती है कितनी बारी कहा है, एक कान से सुनते हो, दूसरे कान से निकाल देते हो, भुला देते हो जेड़ी काम की बात समझाई जाए। उन्हें अंज किया ना, तब पति कहता मैं तो एक कान से सुन के दूसरे से निकाल देता हूं, आप दोनों कानों से सुन के सारा मुंह से निकाल देते हो। इसका मतलब we always teach others, we want to teach others, we want to yell on others, है ना। ਅਸੀਂ ਥਰੋ ਕਰਨ ਵਾਸਤੇ ਸਾਨੂੰ ਕਾਲ ਹੈ ਨਾ। ਉਹਦੇ ਵਿੱਚ ਮੈਨੂੰ ਕਾਲ ਹੈ ਪੈ ਰਹੀ ਹੈ ਕਿ ਮੈਨੂੰ ਪਤਾ ਹੈ, ਮੇਰੀ ਸੁਣੋ, ਪਰ ਮੈਂ ਇਗਨੋਰੈਂਟ ਹਾਂ। ਜਦੋਂ ਮੈਨੂੰ ਇਹ ਆਪਣੀ ਖੇਡ ਸਮਝ ਆਏ ਨਾ, ਉਸ ਵੇਲੇ ਮੈਂ ਕਹਿਣ ਜੋਗਾ ਬਣਾਂਗਾ। ਉਹ ਖੇਡ ਸਮਝ ਆਉਣ ਵੇਲੇ ਮੇਰੇ ਮਨ ਦਾ ਇੱਕ ਐਂਗਲ ਐਲੀਵੇਟ ਹੋ ਗਿਆ। ਉਹ ਮੇਰੇ ਕੰਨਾਂ ਨੂੰ ਕਹਿ ਰਿਹਾ, ਉਹ ਮੇਰੀ ਟਰੂ ਸੈਂਸ ਵਿੱਚ ਹੋ ਹੈ, ਮਾਈ ਟਰੂ ਸੈਂਸ ਵਿੱਚ ਮੇਰੀ ਬੀਇੰਗ ਹੈ, ਜਿੱਥੇ ਰੱਬ ਦੀ ਲਾਈਟ ਪੈ ਗਈ ਹੈ। ਮਾਈ ਰਿਅਲਾਈਜ਼ੇਸ਼ਨ ਕਿ ਇੰਜ ਮੈਂ ਸੁਣਦਾ ਨਹੀਂ ਆ, ਇੰਜ ਮੈਂ ਸਭ ਕੁਝ ਤੋਂ ਕੱਢ ਦਿੰਦਾ ਹਾਂ, ਹੈ ਨਾ। ਜਦੋਂ ਇਹ ਵਾਲੀ ਗੱਲ ਆਪਣੇ ਆਪ ਨੂੰ ਸਮਝ ਆਏ ਨਾ, ਤਾਂ ਮੈਂ ਕਹਾਂਗਾ ਇਹ ਸ਼ਰਵਣੋ ਮੇਰਿਓ, ਉਹ ਮੇਰੇ ਕੰਨ ਨੂੰ ਸਾਚੇ ਸੁਣਨੇ ਨੂੰ ਪਠਾਏ, ਸ਼ਰੀਰ ਲਾਏ ਸੁਣੋ ਸਤ ਬਾਣੀ। ਇਹ ਗੁਰੂ ਆਪਣੇ ਆਪ ਨੂੰ ਨਹੀਂ ਕਹਿ ਰਿਹਾ, ਇਹ ਸ਼ਰਵਣੋ ਮੇਰਿਓ, ਮੇਰਿਓ ਫਸਟ ਪਰਸਨ ਦੀ ਲੈਂਗੁਏਜ ਹੈ। ਇਹ ਸ਼ਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸ਼ਰੀਰ ਲਾਏ सुनो सत बाणी। अगर सुन लिया ना, सिंसियरली सुन लिया ना, जित सुनी मन तन हरिया हुआ, रसना रस समाणी। अब सारी बॉडी ट्यून्ड हो जाएगी। आनंद पिया मेरी माए दा शब्द है, आनंद साहब दा। तेनू वेले दा राग गाना आ जाएगा, तेरी बॉडी रोम रोम उस तत्व वाले गुण गान लग पेगी।
नवा खंडा भी जानिया नाल चले सब कोई, है ना। ਸਾਡੇ ਵੀਡੀਓਜ਼ ਤੁਸੀਂ ਦੇਖਦੇ ਹੋ, ਉਹਦੇ ਚ ਇੱਕ ਤੇਜਵੀਰ ਵੀਰ ਜੀ ਤਬਲਾ ਕਦੀ ਕਦੀ ਵਜਾਉਂਦੇ ਨੇ, ਨਾਲ ਬੈਠ ਕੇ ਗਾਉਂਦੇ ਨੇ, ਉਹ ਵੀ ਚੁਟਕਲੇ ਬੜੇ ਸੁਣਾਉਂਦੇ ਨੇ। ਇਹ ਅਮਨਵੀਰ ਜੀ ਜਿਹੜੇ ਮੋਡਰੇਟ ਕਰਦੇ ਨੇ, ਇਹ ਵੀ ਚੁਟਕਲੇ ਬੜੇ ਸੁਣਾਉਂਦੇ ਨੇ। ਹਰਪ੍ਰੀਤ ਸਿੰਘ ਜਿਹੜਾ ਐਡਿਟ ਕਰਦਾ ਵੀਡੀਓਜ਼ ਨੂੰ, ਇਹ ਵੀ ਚੁਟਕਲੇ ਬੜੇ ਸੁਣਾਉਂਦਾ। ਜੁਝਾਰ ਬੜੇ ਸੁਣਾਉਂਦਾ। ਇੰਜ ਨਾ ਉਹ ਤਬਲਾ ਵਜਾਉਣ ਵਾਲੇ ਗੁਰਮੀਤ ਸਿੰਘ ਜੀ ਵੀ ਬੜੇ ਚੁਟਕਲੇ ਸੁਣਾਉਂਦੇ ਨੇ। ਅਸੀਂ ਚੁਟਕਲਿਆਂ ਚੋਂ ਸਿੱਖਦੇ ਹਾਂ। ਤਾਂ ਗੁਰਮੀਤ ਸਿੰਘ ਕਹਿੰਦਾ ਹੈ ਕਿ ਮੈਂ ਕਿਸੇ ਦੇ ਘਰ ਗਿਆ ਤੇ ਮੈਂ ਉਹਨਾਂ ਦੇ ਘਰ ਦਾ ਡੋਰ ਨੌਕ ਕਰਨ ਲੱਗਾ ਸੀ, ਅੰਦਰੋਂ ਗੁੱਸੇ ਨਾਲ ਆਵਾਜ਼ ਆਈ, ਇੰਜ ਕਰ, ਸਿੱਧਾ ਕਰ, ਟੇਢਾ ਨਾ ਕਰ, ਅੱਗੇ ਕਰ, ਪਿੱਛੇ ਕਰ। ਕਹਿੰਦੇ ਮੈਂ ਤੇ ਡਰ ਹੀ ਗਿਆ ਬਿਲਕੁਲ ਵੀ, ਮੈਂ ਘਰ ਅੰਦਰ ਜਾਵਾਂ ਕਿ ਨਾ ਜਾਵਾਂ, ਇੰਨਾ ਅੰਦਰ ਰੌਲਾ ਪਿਆ ਹੋਇਆ, somebody is yelling on। ਤਾਂ ਕਹਿੰਦਾ ਮੈਂ ਨਾ ਆਸਤਾ ਜਿਹਾ ਡੋਰ ਨੂੰ ਹੱਥ ਲਗਾਇਆ ਤੇ ਉਹ ਡੋਰ ਖੁੱਲ ਗਿਆ। ਕਹਿੰਦਾ ਆਈ ਸੌ ਕਿ ਲਿਵਿੰਗ ਰੂਮ ਦੇ ਅੰਦਰ ਪਾਪਾ ਜੀ ਆਪਣੇ ਨਿੱਕੇ ਕਾਕੇ ਨੂੰ ਕਹਿ ਰਹੇ ਨੇ, ਸੋਫਾ ਇਧਰੋਂ ਇੰਜ ਕਰ। ਕਹਿੰਦਾ ਮੈਂ ਤੇ ਹੈਰਾਨ ਹੀ ਰਹਿ ਗਿਆ, he was just telling him ਕਿ ਸੋਫਾ ਇਧਰੋਂ ਇੰਜ ਕਰ ਤੇ ਇਧਰੋਂ ਇੰਜ ਕਰ, ਪਰ ਬਾਹਰ ਐ ਲੱਗ ਰਿਹਾ ਸੀ ਪਾਪਾ ਜੀ ਬਹੁਤ ਗੁੱਸਾ ਕਿਸੇ ਨੂੰ ਕਰ ਰਹੇ। ਬੋਡੀ ਲੈਂਗੁਏਜ ਟਿਊਨਡ ਨਹੀਂ ਹੈ ਨਾ। ਪਾਪਾ ਜੀ ਇੰਜ ਵੀ ਕਰ ਸਕਦੇ, ਬੇਟਾ ਇਧਰੋਂ ਹੈ ਸੋਫਾ ਇੰਜ ਕਰ ਲੈ, ਰਾਈਟ। ਇਹ श्रवणो ਮੇਰਿਓ ਸਾਚੈ ਸੁਣਨ ਨੂੰ ਪਠਾਏ, ਸ਼ਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੁਆ। ਮੇਰਾ ਮਨ ਤਨ ਹਰਿਆ ਨਹੀਂ ਹੈ। ਮਨੂ ਬੀਜੀ ਨੇ ਕਹਿ ਦਿੱਤਾ ਕਾਕਾ ਇਹ ਚੀਜ਼ ਇੱਥੇ ਨਾ ਰੱਖਿਆ ਕਰ, ਮੈਂ ਬੁਰਾ ਹੀ ਮਨਾ ਲਿਆ। ਬੀਜੀ ਜਾਂ ਦਾਦੀ ਹਰ ਵੇਲੇ ਮੈਨੂੰ ਆਰਡਰ ਹੀ ਕਰਦੀ ਰਹਿੰਦੀ ਹੈ। ਮੇਰੀ ਲਿਸਨਿੰਗ ਜੋ ਟਿਊਨਡ ਨਹੀਂ ਹੈ, ਮੇਰੀ ਮਿਸਅੰਡਰਸਟੈਂਡ ਕਰਨ ਦੀ ਆਦਤ ਜੋ ਹੈ। ਇਹਦਾ ਮਤਲਬ ਸੁਣਾਗਾ ਨਾ ਤਾਂ ਅੰਡਰਸਟੈਂਡ ਕਰਨ ਦੀ ਵੀ ਆਦਤ ਬਣੇਗੀ ਕਿ ਗੱਲ ਦੀ ਡੈਪਥ, ਗੱਲ ਦੀ ਬਿਹਾਈਂਡ ਦਾ ਕਰਟਨ ਤੱਕ ਜਾ ਕੇ ਦੂਰ ਅੰਦੇਸ਼ੀ ਨਾਲ, ਫਾਰ ਸਾਈਟਿਡਨੈਸ ਨਾਲ ਦੇਖਣਾ ਆ ਜਾਏਗਾ ਗੱਲ ਦਾ ਮੈਸੇਜ, ਹੈ ਨਾ। ਇਹਨੂੰ ਕਹਿੰਦੇ ਨੇ ਜੇ ਜਿੰਨਾ ਕਰੋ ਤੇ ਕੂੜ ਪ੍ਰਧਾਨ ਹੋ ਕੇ ਮੇਰੇ ਤੇ ਬਾਬਰ ਬਾਣੀ ਛਿੜ ਜਾਂਦੀ ਹੈ। ਮੇਰਾ ਮਨ, ਮੇਰੀ ਸਾਰੀ ਬੋਡੀ, ਮੇਰੇ ਅੰਦਰ ਦੀ ਸ੍ਰਿਸ਼ਟੀ ਕੁਵੇਲੇ ਦਾ ਰਾਗ ਗਾਣ ਲੱਗ ਪੈਂਦੀ ਹੈ। ਮੈਂ ਬਾਂਦਰ ਵਾਂਗੂ ਨਾਚ ਕਰਨ ਲੱਗ ਪੈਂਦਾ ਹਾਂ। ਮੇਰਾ ਸਾਰਾ ਕੁਝ ਡਿਸਟਰਬ ਹੋ ਜਾਂਦਾ ਹੈ। ਹਾਂ, ਪਰ ਮੈਂ ਬਲੇਮ ਦੂਜਿਆਂ ਤੇ ਲਾਂਦਾ ਹਾਂ। I do not take responsibility on myself। ਇਹਦੇ ਨਾਲ ਅਗਲਾ ਟੌਪਿਕ ਹੁਣ ਸ਼ੁਰੂ ਹੋਏਗਾ ਕਿ ਟੇਢੀ ਚਾਲਾਂ ਚੱਲਣਾ। ਕੌਣ ਪੜੇਗਾ? ਹੁਣ ਬੋਲੋ ਜੀ, ਪੜੋ ਜੀ। Before we start, Ashok Singh ji ने बड़ी देर का हैंड रेज किया है। हेलो वी जी, मैं अशोक जी ने रिक्वेस्ट करूंगा कि आपका सवाल पूछूं, प्लीज कीजिए, अनम्यूट करो अपने। वी जी अनम्यूट करो अशोक जी, अशोक सिंह जी। हाँ जी, वाहिगुरू जी खालसा वाहिगुरू जी की फतेह। हाँ जी, वीडियो सुनता जाना। थोड़ा हैंड रेस ही, कोई सवाल लगा या कुछ पूछना चाह रहे हैं? नहीं, मैं कोई सवाल नहीं है, मैं बस सुनता ड्राइवर जी ਨੂੰ ਚੰਗਾ ਲੱਗ ਰਿਹਾ है। अच्छा ठीक है जी, थोड़ा हैंड रेस ही, और मैं थैंक यू। हाँ जी, मजीद जी प्लीज अनम्यूट।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਹੁਣ ਸਮਝਾ ਰਹੇ ਸੀ ਉਹਦੇ ਵਿੱਚ ਦੋ ਸਟੋਰੀਜ਼ ਦੱਸੀ ਵੀ ਜਿਹਨੂੰ ਥੋੜਾ ਵੀ ਨੌਲੇਜ ਹੋਵੇ ਤੇ ਮੈਨੂੰ ਸਭ ਕੁਝ ਪਤਾ ਆ ਤੇ ਫਿਰ ਜਿੱਥੇ ਵੀ ਮੌਕਾ ਮਿਲੇ ਜਾਂ ਮੌਕਾ ਹੁੰਦਾ ਨਹੀਂ ਹੈ, ਪ੍ਰੋਪਰ ਪਲੇਸ ਨਹੀਂ ਹੁੰਦਾ, ਪ੍ਰੋਪਰ ਬੰਦਾ ਨਹੀਂ ਹੁੰਦਾ, ਵੀ ਕਿਹਦੇ ਨਾਲ ਸ਼ੇਅਰ ਕਰਨਾ ਜਾਂ ਕਿਹਦੇ ਉੱਪਰ ਆਪਣਾ ਗਿਆਨ ਸ਼ੋ ਕਰਨਾ ਹੈ, ਪਰ ਕਰਨ ਲੱਗ ਪੈਂਦੇ ਹਾਂ ਅਸੀਂ। ਤੇ ਉਹਦੇ ਬਾਰੇ ਮੈਨੂੰ ਇੱਕ ਹੋਰ ਸਟੋਰੀ ਯਾਦ ਆਈ ਆ। ਇੱਕ ਸਕਾਲਰ ਹੁੰਦਾ ਹੈ, ਪੜ੍ਹਿਆ ਲਿਖਿਆ ਬੰਦਾ, ਉਹ ਬੋਟ ਤੇ ਨਦੀ ਕ੍ਰਾਸ ਕਰਨੀ ਹੁੰਦੀ ਹੈ ਤੇ ਬੋਟ ਵਿੱਚ ਬਹਿ ਜਾਂਦਾ ਹੈ ਤੇ ਬੋਟਮੈਨ ਜਿਹੜਾ ਬੋਟ ਚਲਾਉਂਦਾ ਆ ਬੈਠਾ ਹੁੰਦਾ ਆ ਤੇ ਉਹਨੂੰ ਸੋ ਲੱਗਦਾ ਹੈ ਕਿ ਕਾਫੀ ਲੰਬੀ ਜਰਨੀ ਆ ਤੇ ਮੈਂ ਕੁਝ ਗੱਲਬਾਤ ਕਰਕੇ ਟਾਈਮ ਪਾਸ ਕਰ ਲਾਂ। ਤੇ ਉਹ ਕਹਿੰਦਾ ਆ, ਬੋਟਮੈਨ ਨੂੰ ਪੁੱਛਦਾ ਹੈ ਜਿਹੜਾ ਆਪਣੇ ਆਪ ਨੂੰ ਸਕਾਲਰ ਸਮਝਦਾ ਹੈ, ਉਹ ਕਹਿੰਦਾ ਹੈ ਕਿ ਤੈਨੂੰ ਸ਼ਾਸਤਰਾਂ ਬਾਰੇ, ਵੇਦਾਂ ਬਾਰੇ, ਰਿਲੀਜੀਅਸ ਬੁੱਕ ਬਾਰੇ ਕੁਝ ਪਤਾ ਹੈ ਕੀ? ਤੇ ਉਹ ਤੇ ਅਨਪੜ੍ਹ ਹੁੰਦਾ ਵਿਚਾਰਾ, ਤੇ ਉਹ ਕਹਿੰਦਾ ਹੈ ਕਿ ਨਹੀਂ ਮੈਨੂੰ ਤੇ ਕੁਝ ਨਹੀਂ ਪਤਾ। ਤੇ ਕਹਿੰਦਾ ਤੇਰੀ ਹਾਫ ਆਫ ਦ ਲਾਈਫ ਵੇਸਟਡ, ਤੇਰੀ ਅੱਧੀ ਲਾਈਫ ਬੇਕਾਰ ਹੋ ਗਈ ਆ। ਫਿਰ ਥੋੜੀ ਦੇਰ ਹੋਰ ਅੱਗੇ ਜਾਂਦੇ ਨੇ ਤੇ ਫਿਰ ਪੁੱਛਦਾ ਹੈ ਕਿ ਤੈਨੂੰ ਲੈਂਗੁਏਜ ਬਾਰੇ, ਭਾਸ਼ਾ ਬਾਰੇ ਕੋਈ ਗਿਆਨ ਹੈ, ਲਿਖਣਾ ਪੜ੍ਹਨਾ ਆਉਂਦਾ ਆ? ਤੇ ਉਹ ਕਹਿੰਦਾ ਨਹੀਂ ਮੈਨੂੰ ਨਹੀਂ ਆਉਂਦਾ, ਮੈਨੂੰ ਲਿਖਣਾ ਪੜ੍ਹਨਾ ਵੀ ਨਹੀਂ ਆਉਂਦਾ। ਕਹਿੰਦਾ 3/4 ਆਫ ਯੂਰ ਲਾਈਫ ਇਜ਼ ਵੇਸਟਡ। ਤੇ ਉਹ ਅੱਗੇ ਕੁਝ ਨਹੀਂ ਬੋਲਦਾ, ਉਹ ਚੁੱਪ ਰਹਿੰਦਾ ਆ। ਫਿਰ ਅੱਗੇ ਜਾਂਦੇ ਆ ਥੋੜਾ ਤੇ ਨਾਵ ਜਿਹੜੀ ਆ ਕਿਤੇ ਟਕਰਾ ਜਾਂਦੀ ਹੈ ਤੇ ਟਕਰਾ ਜਾਣਾ ਉਹ ਅਬਾਊਟ ਟੂ ਸਿੰਕ ਸਮਝ ਲਓ। ਤੇ ਬੋਟਮੈਨ ਹੈ ਨਾ, ਉਹਨਾਂ ਨੂੰ ਸਕਾਲਰ ਨੂੰ ਪੁੱਛਦਾ ਆ ਕਿ ਤੁਹਾਨੂੰ ਸਵਿਮਿੰਗ ਆਉਂਦੀ ਆ? ਤੇ ਉਹ ਕਹਿੰਦਾ ਕਿ ਨਹੀਂ ਆਉਂਦੀ। ਤੇ ਕਹਿੰਦਾ ਤੁਹਾਡੀ ਤੇ ਪੂਰੀ ਲਾਈਫ ਹੀ ਵੇਸਟ ਹੋ ਗਈ। ਬਸ ਥੈਂਕਸ ਫॉर शेयरिंग, ਥੈਂਕ ਯੂ, ਥੈਂਕ ਯੂ। ਹਾਂਜੀ, ਅਸੀਂ ਇਹਦੇ ਚੋਂ ਅਲਟੀਮੇਟਲੀ ਤੇ ਇਹੀ ਸਿੱਖਣਾ ਹੈ ਨਾ ਕਿ ਵੀ ਮੈਂ ਸੁਣਨਾ ਹੈ, ਮੈਂ ਸਿੱਖਣਾ ਹੈ। ਦੋ ਸਟੋਰੀਜ਼ ਮੈਂ ਸਾਂਝ ਕੀਤੀਆਂ, ਇੱਕ ਸਟੋਰੀ ਮਨਜੀਤ ਭੈਣ ਜੀ ਤੁਸੀਂ ਸਾਂਝ ਕੀਤੀ। ਸੋ ਸਤਵਿੰਦਰ ਜੀ, फाइनली ਅਸੀਂ ਇਹ ਵਾਲੀ ਸਾਰੀਆਂ ਸਟੋਰੀਜ਼ ਔਰ ਅੱਜ ਤੱਕ ਜਿੰਨਾ ਵਿਚਾਰ ਸਾਂਝ ਹੋਈ, ਹੁਣ ਇਹਦੇ ਤੇ ਵਿਦਰੀ ਭੂਆ ਜੀ ਦੀ ਅਸੀਂ ਸ਼ੇਅਰਿੰਗ ਲਾਂਗੇ, ਪਰ ਅਸੀਂ ਆਪਣਾ ਨਵਾਂ ਟੌਪਿਕ ਸਟਾਰਟ ਕਰਾਂਗੇ। ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜਿਤਨੇ ਵੀ ਹੁਣ ਤੱਕ ਅਸੀਂ ਡਿਸਕਸ ਕੀਤਾ ਉਹਦਾ ਅਲਟੀਮੇਟ ਰਿਜ਼ਲਟ ਇਹ ਨਿਕਲਿਆ, ਮੈਂ ਸੁਣਨਾ ਹੈ, ਮੈਂ ਸਿੱਖਣਾ ਹੈ, ਮੈਂ ਸਮਝਣਾ ਹੈ, मैं पढ़ना है for the sake of learning by any means, correct? Absolutely. है निकलिया ना? Yes. पर स्टोरीज चों सिर्फ ਇਹ वाला कैरेक्टर ਅਸੀਂ ਨਹੀਂ पकड़ लेना कि मैं पढ़ना ही नहीं क्योंकि मैं किसी ਨੂੰ लेक्चर देना ही नहीं है, मैं सीखना ही नहीं क्योंकि मैं ते यल करना ही नहीं है, मैं ते ज्ञान झाड़ना ही नहीं है। नहीं, सानू सीखना, पढ़ना, समझना चाहिए है, उद्यम करना चाहिए है। ऐ नहीं कि असी सुनिए ही ना, ऐ नहीं कि असी पढ़िए ही ना, ऐ नहीं कि असी अल्टीमेटली तो असी इग्नोरेंस बारे सीख रहे हैं ना, कि इग्नोरेंट मैं किस तरह हाँ ना, मैं फार साइटेडनेस यूज करता हाँ ना, मैं सुनता हाँ ना, मनु इन्हां अखां तो इलावा अंदर दी अखां दे नाल गल दे पिछे रीजन समझण दी आदत है। ਇਹਦਾ ਮਤਲਬ ਆਪਣੀ ਇਗਨੋਰੈਂਸ ਨੂੰ ਫਿਕਸ ਅਪ ਕਰਨ ਵਾਸਤੇ ਅਸੀਂ ਪੜ੍ਹਨ ਦੀ ਜਾਚ ਵੀ ਸਿੱਖਦੇ ਹਾਂ। ਇਸੇ ਕਰਕੇ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਨਾ ਨਹੀਂ ਛੱਡ ਦਿੰਦੇ ਹਾਂ, ਪੜ੍ਹ ਕੇ ਹੋਰਨਾਂ ਤੇ ਯੈਲ ਕਰਨਾ ਛੱਡਦੇ ਹਾਂ। ਬਾਣੀ ਪੜ੍ਹਨਾ ਨਹੀਂ ਛੱਡਦੇ ਹਾਂ, पर पढ़ के अपना भुलेखा ला के रखते हैं कि मैं धर्मी नहीं हो गया पढ़न, है ना। सो ये सारिया गल्लां तो इलावा इत्थे पहला मेरे ख्याल नाल तुसी शेयरिंग लै लवो ताकि असी अपने अलग नैक्सट टॉपिक ते जा सकीए। हाँ जी, देखो चेक करो जे आज विदरी भूआ जी आए ने तां, हाँ जी, नहीं तो फिर पढ़ेगा कौन उन्होंने रेडी। हाँ जी, विदरी भूआ जी प्लीज अनम्यूट योरसेल्फ।
I think she is not there. Yeah, she's not able to unmute. Yeah, she's not there. She, Satvinder ji, book पढ़ो. Let me have a look. Okay. टेढ़ी चाला चलना, खोटे उल्टे के राह ते तुरना, जो मन विकारा चतुराइयां कर्म कांडा पाखंडा वाला जीवन जिਉਂਦਾ है, उसकी परपंची सोच उस कोलों तन करके माड़े कर्म कराਉਂਦੀ है। हाँ जी, ਇਹ ਹੁਣ ਜਿਹੜਾ ਟੇਡੀਆਂ ਚਾਲਾਂ ਚੱਲਣਾ, ਖੋਟੇ ਉਲਟੇ ਵਿੰਗੇ ਰਾਹਾਂ ਤੇ ਤੁਰਨਾ, it is very much related to first point ਕਿ ਜਦੋਂ ਮੈਂ ignorant ਹੋਇਆ, ਜਦੋਂ ਮੈਂ ਕੁਵੇਲੇ ਦਾ ਰਾਗ ਗਾਣਾ ਸ਼ੁਰੂ ਕੀਤਾ, ਮੇਰੀ ਜ਼ਿੰਦਗੀ ਦਾ ਰਾਗ ਗਾਉਣ ਵਿੱਚ ਸੁਣਨਾ ਵੀ ਹੈ, ਸਿੱਖਣਾ ਵੀ ਹੈ, ਸਮਝਣਾ ਵੀ ਹੈ, ਆਪਣੇ ਆਪ ਤੇ ਅਪਲਾਈ ਕਰਕੇ ਆਪਣੇ ਆਪ ਨੂੰ ਟਿਊਨਡ ਕਰਨਾ ਹੈ। ਇਹੀ ਅਸੀਂ ਰੀਕੈਪ ਕਰਕੇ ਆ ਰਹੇ ਹਾਂ ਨਾ। ਜੇ ਮੈਂ ਸੁਣਦਾ ਸਿੱਖਦਾ ਹੀ ਨਹੀਂ ਸਤਵਿੰਦਰ ਜੀ, ਹਾਂਜੀ, ਜੇ ਮੈਂ ਸੁਣਦਾ ਔਰ ਸਿੱਖਦਾ ਨਹੀਂ ਹਾਂ ਤਾਂ ਮੇਰਾ ਕਦਮ ਮੈਂ ਗਲਤ ਰੱਖਾਂਗਾ ਨਾ। ਬਿਲਕੁਲ, ऑब्वियस है ना। ਐਬਸੋਲੂਟਲੀ। ਤਾਂ ਮੈਂ ਬਾਰ-ਬਾਰ ਭੁੱਲ ਕੇ ਫੇਰ ਗਲਤ ਕਦਮ ਰੱਖਾਂਗਾ ਔਰ ਮੈਨੂੰ ਨੁਕਸਾਨ ਹੁੰਦਾ ਜਾਏਗਾ। ਇਹਨੂੰ ਕਹਿੰਦੇ ਨੇ ਭੁਲਾਵੜੇ ਭੁੱਲੀ ਭੁੱਲ ਪਛੋਤਾਣੀ। ਮੈਂ ਭੁੱਲ ਕੇ ਗਲਤ ਕਦਮ ਰੱਖਦਾ ਹਾਂ ਤੇ ਫਿਰ ਗਲਤ ਕਦਮ ਦੇ ਨਾਲ ਗਲਤ ਰਿਜ਼ਲਟ ਨਿਕਲਦਾ ਹੈ। ਉਸ ਤੋਂ ਬਾਅਦ ਮੈਂ ਪਛਤਾਉਂਦੀ ਹਾਂ, ਮੈਨੂੰ ਪਛਤਾਵਾ ਹੁੰਦਾ ਹੈ, ਰਿਗਰੈਟ ਹੁੰਦਾ ਹੈ। ਰੋਜ਼ ਕ੍ਰੋਧ ਕਰਦੇ ਆ ਫਿਰ ਪਛਤਾਉਂਦੇ ਆ, ਹਾਏ ਮੈਂ ਕਿਉਂ ਕੀਤਾ। ਰੋਜ਼ ਕਿਸੇ ਨੂੰ ਮਿਸਅੰਡਰਸਟੈਂਡ ਕਰਦੇ ਆ ਫਿਰ ਪਛਤਾਉਂਦੇ ਆ, ਹਾਏ ਮੈਂ ਮਿਸਅੰਡਰਸਟੈਂਡ ਕਿਉਂ ਕੀਤਾ, ਹੈ ਨਾ। ਇਹਨੂੰ ਭੁੱਲਣਾ ਕਹਿੰਦੇ ਨੇ। ਰੋਂਗ ਸਟੈਪ ਰੱਖਿਆ ਮੀਨਸ ਮੈਂ ਭੁੱਲਿਆ ਫਸਟ, ਕਿਉਂਕਿ ਮੈਂ ਇਗਨੋਰੈਂਟ ਸੀ, ਮੈਂ ਸੁਣਿਆ ਨਹੀਂ ਸੀ, ਮੈਂ ਸਮਝਣ ਦਾ ਯਤਨ ਹੀ ਨਹੀਂ ਕੀਤਾ, ਰਾਦਰ ਮੈਂ ਐਰੋਗੈਂਟ ਵੀ ਹੋ ਗਿਆ। ਸੋ ਇਹ ਜਿਹੜਾ ਮੇਰਾ ਸੁਭਾਅ ਹੈ ਨਾ, ਇਹਦੇ ਬਾਰੇ ਹੀ ਅਸੀਂ 2 ਅਕਤੂਬਰ ਨੂੰ ਸੈਮੀਨਾਰ ਕਰਾਂਗੇ ਕਿ ਉਹ ਮੇਰਾ ਸੁਭਾਅ ਰੱਬ ਜੀ ਗੁਰੂ ਜੀ ਫਿਕਸਅਪ ਕਰ ਦਿੰਦੇ ਨੇ ਤੇ ਉਹਨਾਂ ਦੀ ਵੌਇਸ ਮੈਂ ਸੁਣਿਆ ਕਰਾਂ। ਇਸ ਕਰਕੇ ਟੌਪਿਕ ਦਾ ਨਾਂ ਅਸੀਂ ਰੱਖ ਰਹੇ ਹਾਂ ਇਨਰ ਵੌਇਸ ਇਜ਼ ਗੋਡਸ ਵੌਇਸ। ਮੇਰੇ ਅੰਦਰ ਦੀ ਆਵਾਜ਼ ਹੀ ਰੱਬ ਜੀ ਦੀ, ਗੁਰੂ ਜੀ ਦੀ ਆਵਾਜ਼ ਹੈ। ਉਹ ਸੱਦਣ ਹਾਰਾ ਸਿਮਰੀਏ ਨਾਨਕ ਸੇਤ ਦੇ ਆਵਨ, ਉਹਦਾ ਸੱਦਾ, ਉਹਦਾ ਸੁਨੇਹਾ, ਤੈ ਸਾਹਿਬ ਕੀ ਬਾਤ ਜੇ ਆਖੈ, ਉਹਦੀ ਬਾਤ, ਇਨਰ ਵੌਇਸ। ਜੇ ਨਹੀਂ ਸੁਣਿਆ, ਇਗਨੋਰੈਂਟ ਹੋਏ, ਸੋ ਅਸੀਂ ਉਸ ਦਿਨ ਡਿਸਕਸ ਕਰਾਂਗੇ ਵਾਈ ਵੀ ਕਾਂਟ ਲਿਸਨ ਇਨਰ ਵੌਇਸ, ਵਾਈ ਵੀ ਡੋਂਟ ਵਾਂਟ ਟੂ ਲਿਸਨ ਇਨਰ ਵੌਇਸ, what are the losses when I don't listen the inner voice, how to listen the inner voice, how I can be benefited, and what will be the benefits to this whole world if I listen the inner voice. Me, correct? So मैं ਭੁਲਾਵਾ ਕਦੋਂ ਹੋਇਆ, ਜਦੋਂ ਮੈਂ ਸੱਚ ਸੁਣਿਆ ਨਹੀਂ, ਸੱਚ ਦੇਖਿਆ ਨਹੀਂ, ਸੱਚ ਸਮਝਣਾ ਨਹੀਂ ਚਾਹੁੰਦਾ। ਇਗਨੋਰੈਂਟ ਵੀ ਹਾਂ, ਐਰੋਗੈਂਟ ਵੀ ਹਾਂ, ਮਨ ਜਾਣੇ ਸਭ ਬਾਤ ਦਾ, ਓਵਰ ਕੌਨਫੀਡੈਂਸ ਦਾ ਅਭਿਮਾਨੀ ਵੀ ਹਾਂ। ਤੀਰਥ ਬਰਤਰ ਦਾਨ ਕਰ ਮਨ ਮੈਂ ਧਰੇ ਗੁਮਾਨ ਦਾ ਕਮੰਡ ਵੀ ਕਰਦਾ ਹਾਂ, ਧਾਰਮਿਕ ਕਰਮ ਕਾਂਡ ਪਾਖੰਡ ਕਰਕੇ। ਤਾਂ ਹੀ ਲਿਸਨਿੰਗ ਕਲੋਜ਼ਡ ਹੈ ਨਾ। ਸੋ ਮੈਂ ਭੁਲਾਵਾ ਹੋ ਗਿਆ, ਭੁਲਾਵੜੇ ਭੁੱਲੀ, ਮੈਂ ਭੁੱਲ ਕੇ ਉਹੀ ਮਾਰਗ ਤੇ ਉਂਝ ਹੀ ਪੈਰ ਰੱਖਦੀ ਹਾਂ, ਭੁੱਲ ਪਛੋਤਾਣੀ, ਪਛਤਾਉਂਦੀ ਹਾਂ, ਹੈ ਨਾ। ਇਹਨੂੰ ਕਹਿੰਦੇ ਨੇ, ਇਹਦਾ ਮਤਲਬ ਟੇਢੀ ਚਾਲ ਚੱਲਣ ਤੋਂ ਪਹਿਲਾਂ
ਇਹ ਗੱਲ ਪੱਕੀ ਰਹੇਗੀ ਕਿ ਅਸੀਂ ਇਗਨੋਰੈਂਟ ਹੋਏ ਤਾਂ ਗਲਤ ਕਦਮ ਰੱਖਿਆ ਹੈ ਨਾ। ਹੁਣ ਗੁਰੂ ਸਾਹਿਬ ਫਰੀਦ ਸਾਹਿਬ ਦੀ ਰਸਨਾ ਤੋਂ ਮੈਨੂੰ ਸਮਝਾਣਗੇ। ਮੈਂ ਭੁਲਾਵਾ ਪੱਗ ਦਾ, ਪੱਗ ਦਾ ਮਤਲਬ ਪਗੜੀ ਨੂੰ ਨਹੀਂ ਕਹਿੰਦੇ ਨੇ, ਪੱਗ ਦਾ ਮਤਲਬ ਫੁੱਟ ਸਟੈਪ, ਕਦਮ ਜਿਹੜਾ ਮੈਂ ਰੱਖਿਆ ਜ਼ਿੰਦਗੀ ਦਾ ਹਰ ਪਲ ਵੇਲੇ, ਹਰ ਵੇਲੇ ਜਦੋਂ ਮੈਂ ਨਕਸ਼ੇ ਕਦਮ ਜਿਹੜਾ ਤੇ ਟੁਰਦਾ ਹਾਂ, ਸੱਚ ਦੇ ਕਦਮਾਂ ਬਦਲੇ, ਮਾਈ ਚਰਨ ਗੁਰਮੀਠੇ ਦੇ ਬਦਲੇ, ਚਰਨ ਚਲੋ ਮਾਰੋ ਗੋਬਿੰਦ ਦੇ ਬਦਲੇ, ਗੁਰ ਕੇ ਚਰਨ ਜੀ ਕਾ ਨਿਸਤਾਰਾ ਦੇ ਬਦਲੇ ਮੈਂ ਜਿੱਤੇ ਕਦਮ ਰੱਖਣਾ ਨਾ, ਆਪਣੇ ਹਰ ਪਲ, ਹਰ ਵਕਤ, ਹਰ ਸੁਭਾਅ ਵੇਲੇ मैं भुलावा पग दा। क्यों? मैं भूल जाता हूं गलत कदम रख कर। क्यों? मत मैली हो जाए, मेरी मत मैली हो गई। ते जिन्हां दी मत मैली हो जाए वो गलत कदम रखते ने, चाल ठीक नहीं रही ना, हुण टेढ़ी चाल चलांगे ना, इंज असीं टेढ़ी चालां वाले बढ़दे हां, इंज असीं मैलाइन हो जांदे हां, इंज साडा सुभाਅ डे बाय डे टेढ़ा ही चलन दी आदत पै जांदी है। तुसीं सुखमनी साहब सुनिया जदों बीबियां पढ़ रही होंदियां, वो छेती छेती सुखमनी साहब पढ़दे पता करदे, साध के संग ना बीगा पैर, साध के संग ना बीगा पैर, इंज पढ़दे हैं। हुण बीगा की हुंदा है? बीगा ते 2 बीघे जमीन हुंदा है, जमीन दी मेजरमेंट नूं बीघा कहंदे ने, है ना। कितनी खड़नी होंदी है ना इस करके। साध के संग ना बीगा पैर नहीं है वो, साध के संग ना बींगा पैर, बींगा मतलब टेढ़ा। अगर सच को फॉलो करते हैं और अपने आप को फिक्स करते हैं तो अपना कदम टेढ़े के बदले सीधा हो जाता है। साध के संग किसी बंदे दे नाल कदम जोड़ के है, रिले रेस वाला वो कदम नाल जोड़ के रस्सी नाल बन के वाली रेस वाला कदम रखन दा नहीं चल रही कि किसी बंदे नाल असी पैर बन के टुरना है। वो साध सो काढ़ कोई बाबा जी दे नाल पैर बन के नहीं चलना है। साध के संग वर्च्यूज को फॉलो करके अपने चलने की आदत को ठीक करना है। साध के संग ना बींगा पैर, टेढ़ा पैर नहीं रखेंगे, टेढ़ा पैर नहीं चलेंगे तो टेढ़ी चाल नहीं बनेगी। गुरु साहब कहते ने चलत कत टेढ़े टेढ़े टेढ़े, असत चरम बिख्या के मुंदे, दुर्गंध ही के बेथे। टेढ़ियां चालां चलता है, टेढ़ियां चालां चल के अपनी झूठी स्टैंडिंग बनांदा है। तेरे कोलों स्मैल पता है, फ्रेगरेंस दे बदले बैड स्मैल आती है, दुर्गंध आती है। तेरे कोल कोई बैठना नहीं चाहता, तेरे नाल बिहेवियर वेले लोकां नूं हर्ट होंदा है। ਅੱਜ ਅਸੀਂ ਨਾ ਇਸ ਨੂੰ ਰੱਖਦੇ ਹਾਂ ਕਿ ਖੋਟੇ ਉਲਟੇ ਵਿੰਗੇ ਰਾਹਾਂ ਤੋਂ ਤੇ ਤੁਰਨਾ, ਇਹਨੂੰ ਮੈਂ ਭੁਲਾਵਾ ਪੱਗ ਦਾ ਹੋਇਆ, ਮਤ ਮੈਲੀ ਹੋਈ ਸਾਰ ਹੀ ਚਤਰਾਈ ਅੰਦਰ ਆ ਗਈ, ਸਿਆਣਫਾ ਓਵਰ ਕੌਨਫੀਡੈਂਸ, ਸਾਰਾ ਕੁਝ ਕਰਮ ਕਾਂਡ ਕਰਨ ਦੀ ਆਦਤ ਪੈਂਦੀ ਗਈ, ਵਿਕਾਰ ਮੈਨੂੰ ਸਤਾਉਂਦੇ ਗਏ, ਸਾਰੇ ਕਾਂ ਆ ਗਏ और मैं पाखंड च बिलीव करदा हाँ, ए वाला परपंची जीवन मेरा बन गया। सो तुसी सेंटेंस पढ़िया, जो मन विकारां चतराइयां कर्म कांडा पाखंडा वाला
ਜੀਵਨ ਜਿਉਂਦਾ ਹੈ, ਉਸ ਦੀ ਪਰਪੰਚੀ ਸੋਚ ਉਸ ਕੋਲੋਂ ਤਨ ਕਰਕੇ ਮਾੜੇ ਕੰਮ ਕਰਵਾਉਂਦੀ ਹੈ। ਤਨ ਮਾੜਾ ਕੰਮ ਕਿਉਂ ਕਰਦਾ ਹੈ? ਪਿਛਲਾ ਸੈਮੀਨਾਰ ਜਿਹੜਾ 15 ਅਗਸਤ ਅਸੀਂ ਕੀਤਾ ਸੀ ਕਿ ਤਨ ਦੇ ਐਕਸ਼ਨਸ ਡਿਪੈਂਡ, all depends on my man, and man receives the furne, and furne comes from surat। ਇਹਦਾ ਹੁੰਦਾ ਸਭ ਤੋਂ ਪਹਿਲੀ ਗੱਲ ਸੁਰਤ ਫਿਕਸ ਅਪ ਕਰਨੀ ਪਏਗੀ। ਹੈ ਹੀ ਅਸੀਂ ਡਿਵਾਈਨ ਮੈਕੈਨਿਜ਼ਮ ਆਫ ਹਿਊਮਨ ਬੋਡੀ ਸਮਝੇ ਸੀ ਨਾ, ਇਸੇ ਨੂੰ ਤੁਸੀਂ ਰੂਹਾਨੀ ਕਾੜਤ ਨਾ ਰੱਖਿਆ ਸੀ ਨਾ। ਠੀਕ, ਅਸੀਂ ਇਸ ਤੋਂ ਬਾਅਦ ਹੁਣ ਸ਼ੇਅਰਿੰਗ ਔਰ ਕੁਐਸਚਨ ਆਨਸਰ ਲੈ ਲਓ। Okay, Veer ji, thank you so much. ਜੀ, ਹਾਂਜੀ ਥੈਂਕ ਯੂ ਵੀਰ ਜੀ। ਐਨੀਬੋਡੀ ਵਾਂਟ? ਸਾਡੇ ਨਾਲ ਹੋਰ ਵੀ ਮੈਂ ਵਿੰਦਰ ਕੌਰ ਜੀ ਨੂੰ ਇੱਕ ਵਾਰੀ ਦੁਬਾਰਾ ਰਿਕੁਐਸਟ ਕਰਾਂਗਾ ਕਿ ਅਗਰ ਉਹ ਸਾਡੇ ਨਾਲ ਜੁੜੇ ਨੇ ਤੇ she can unmute herself। ਵਿੰਦਰ ਕੌਰ ਜੀ ਠੀਕ ਹੋ? I think she has some connection issue। ਜੀ ਸਾਡੇ ਨਾਲ ਕਾਰਗਿਲ ਤੋਂ ਨਾ ਗੁਰਪ੍ਰੀਤ ਵੀਰ ਜੀ ਆਲ ਇੰਡੀਆ ਰੇਡੀਓ ਵਾਲੇ ਹੈਗੇ ਨੇ, ਬੜੇ ਟਾਈਮ ਬਾਅਦ he is joined the class। ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਸੰਗਤਾਂ ਨਾਲ ਜ਼ਰੂਰ ਸਾਂਝ ਪਾਣ ਕਿ ਠੀਕ ਹੈ। ਇਸ ਤੋਂ ਇਲਾਵਾ ਫਲੋਰੀਡਾ ਤੋਂ ਮੇਰੇ ਮਿੱਤਰ ਨੇ ਗੁਰਚਰਨ ਸਿੰਘ ਜੀ, ਉਹ ਵੀ ਗੁਰਬਾਣੀ ਵਿਚਾਰ ਸਾਂਝ ਕਰਦੇ ਨੇ, ਔਰ ਇੰਡੀਆ ਵਿੱਚ ਰਜੂਰੀ ਗਾਰਡਨ ਮੇਰੇ ਨਾਲ ਕਾਫੀ ਉਹਨਾਂ ਦਾ ਉੱਠਣ ਬੈਠਣ ਸੀ ਤੇ ਉਹ ਵਰਲਡ ਵਾਈਡ ਗੁਰਬਾਣੀ ਵਿਚਾਰ ਸਾਂਝ ਕਰਦੇ ਨੇ। ਫਿਰ ਅਸੀਂ ਉਹਨਾਂ ਨੂੰ ਵੀ ਇਨਵਾਈਟ ਕਰਾਂਗੇ ਕਿ ਉਹ ਵੀ ਆਪਣਾ ਕੁਝ ਸਾਂਝ ਕਰ ਸਕਦੇ ਨੇ ਅੱਜ ਦੇ ਟੌਪਿਕ ਤੇ। ਜੇ ਉਹ ਮੌਜੂਦ ਹੋਏ ਤੇ ਉਹਨਾਂ ਨੂੰ ਅਨਮਿਊਟ ਕਰ ਦੇਣਾ। ਗੁਰਚਰਨ ਸਿੰਘ ਜੀ, ਆਈ ਡੋਂਟ ਨੋ ਕਿਸ ਆਈਡੀ ਤੇ ਉਹ ਜੁਆਇਨ ਕੀਤੇ ਨੇ। ਗੁਰਚਰਨ ਸਿੰਘ ਜੀ ਫਰੋਮ ਫਲੋਰੀਡਾ। ਸੋ ਪਹਿਲਾਂ ਗੁਰਪ੍ਰੀਤ ਸਿੰਘ ਜੀ ਲੈ ਲਓ। ਹਾਂਜੀ ਜੀ ਗੁਰਪ੍ਰੀਤ ਸਿੰਘ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ। ਹਾਂਜੀ ਬਸ ਇੰਨਾ ਕੀ ਸ਼ੇਅਰ ਕਰੂੰਗਾ ਵੀਰ ਜੀ, ਮੈਂ ਸਿਰਫ ਸੁਣਨ ਵਾਸਤੇ ਬੈਠਾ। ਥੈਂਕਸ ਅ ਲੋਟ। ਥੈਂਕ ਯੂ ਜੀ, ਥੈਂਕ ਯੂ। ਅੱਜ ਕੱਲ੍ਹ ਵੀਰ ਜੀ ਸਾਡੇ ਕਾਰਗਿਲ ਬੈਠੇ ਹੈਗੇ ਨੇ, ਉੱਥੋਂ ਵੀ ਜੁਆਇਨ ਕਰ ਰਹੇ ਨੇ ਐਂਡ ਵੀ ਆਰ ਵੈਰੀ ਥੈਂਕਫੁਲ ਕਿ ਸੰਗਤ। ਥੈਂਕ ਯੂ ਜੀ। ਜੀ ਗੁਰਚਰਨ ਸਿੰਘ ਜੀ ਦੇ ਨਾਮ। ਥੈਂਕ ਯੂ। nobody is ਹਾਂਜੀ ਠੀਕ ਹੈ ਰਿੰਪਲ ਤੁਸੀਂ ਪਲੀਜ਼ ਅਨਮਿਊਟ ਕਰੋ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਝਾਰ ਜੀ ਮੇਰੀ ਆਵਾਜ਼ ਇਕੋ ਹੋ ਰਹੀ ਹੈ ਕਿ ਨਹੀਂ? ਠੀਕ ਹੈ ਠੀਕ ਹੈ। ਅੱਛਾ ਇਸ ਤਰ੍ਹਾਂ ਮੈਨੂੰ ਲੱਗਾ ਜਿਵੇਂ ਵੀਰ ਜੀ ਕਹਿੰਦੇ ਪਏ ਸੀ ਨਾ ਕਿ ਅੱਜ ਸਵਾਲ ਪੁੱਛਣਾ ਬਹੁਤ ਅੱਛੀ ਗੱਲ ਹੈ, ਤੇ ਮੈਨੂੰ ਇਸ ਤਰ੍ਹਾਂ ਯਾਦ ਆ ਰਿਹਾ ਸੀ ਕਿ ਜਿਵੇਂ ਅੱਜ ਦੇ ਸਕੂਲ ਦੇ ਸਿਸਟਮ ਹੈਗੇ ਆ, ਜਦੋਂ ਆਈ ਰਿਮੈਂਬਰ ਜਦੋਂ ਮੈਂ 7-8 ਸਾਲ ਪਹਿਲੇ ਪੜ੍ਹਾਉਂਦੀ ਸੀ ਤੇ ਅਸੀਂ ਅੱਜ ਕੱਲ ਅਸੀਂ ਕਹਿੰਦੇ ਚਿਲਡਰਨ ਆਰ ਵੈਰੀ ਇਨਕੁਇਜ਼ਿਟਿਵ ਰਾਈਟ। ਤੇ ਅਸੀਂ ਲੋਕ ਇਸ ਤਰ੍ਹਾਂ ਬ੍ਰੇਨਸਟਾਰਮ ਕਰਦੇ ਸੀ ਕਿ ਵੀ ਥਰੋ ਦ ਬਾਲ ਔਨ ਚਿਲਡਰਨ ਸੋ ਦੈਟ ਦੇ ਆਸਕ ਲੋਟ ਆਫ ਕੁਐਸਚਨ ਐਂਡ ਦੇ ਲਰਨ ਬਾਈ ਥੈਮਸੈਲਫ। ਬੱਚੇ ਐਸੇ ਕੁਐਸਚਨ ਪੁੱਛਣ ਤੇ ਅਸੀਂ ਉਹਨਾਂ ਨੂੰ ਸਿਰਫ ਐਜ਼ ਅ ਗਾਈਡ ਦੇਈਏ। ਸੋ ਮੈਨੂੰ ਉਹ ਇਤਨਾ ਅੱਛਾ ਲੱਗਿਆ ਜਦੋਂ ਇਹ ਸਿਸਟਮ ਜਦੋਂ ਮੈਂ ਪੜ੍ਹਾਉਂਦੀ ਸੀ ਸਕੂਲ ਦੇ ਵਿੱਚ ਕਿ ਐਨਵੀ ਜੀ ਜਿਵੇਂ ਕਹਿ ਰਹੇ ਕਿ ਲਿਟਰਲੀ ਸਾਨੂੰ ਇਸ ਤਰ੍ਹਾਂ ਪੁੱਛਣਾ ਚਾਹੀਦਾ ਕੁਐਸਚਨਸ, ਬਿਕੋਜ਼ ਜਿੰਨੇ ਅਸੀਂ ਪੁੱਛਦੇ ਹਾਂ, ਬਿਕੋਜ਼ ਮੇਰਾ ਤੇ ਬਹੁਤ ਹੀ ਹੈ ਕਿ ਮੈਂ ਬਹੁਤ ਕੁਐਸਚਨ ਪੁੱਛਦੀ ਹਾਂ ਕਿਉਂਕਿ ਮੈਨੂੰ ਕਲੈਰਿਟੀ ਨਹੀਂ ਆਉਂਦੀ ਹੈ। So maybe I don't understand so well, so it takes time to me to understand, so I ask question to get a clarity। So ਇਹ ਗੱਲ ਮੈਨੂੰ ਆਪਣੇ ਅੰਦਰ ਲੱਗਦੀ ਹੈ। ਬਾਕੀ ਜੋ ਵੀਰ ਜੀ ਨੇ ਅੱਜ ਗੱਲ ਕਹੀ ਹੈ ਪਰਫੈਕਸ਼ਨ ਦੀ, I remember I want to share one thing ਕਿ ਜਦੋਂ ਮੈਂ ਸਕੂਲ ਪੜ੍ਹਾਉਂਦੀ ਸੀ ਤੇ I was in international school, ਤੇ ਉਹਦੇ ਵਿੱਚ ਨਾ ਸਾਨੂੰ ਵਰਕਸ਼ਾਪਸ ਲੈਣੇ ਪੈਂਦੇ ਸੀ once academic year get finished, ਤੇ we teachers had to take workshop for the new teachers। ਤੇ ਉਹ ਜੋ during workshop I remember ਬੰਬੇ ਵਿੱਚ ਨਾ ਇੱਕ ਆਪਣਾ ਪੁਦਾਰ ਸਕੂਲ ਹੈਗਾ ਸੈਂਟਰ ਕੋਰਸ, ਕਾਫੀ ਬ੍ਰਾਂਚेस ਹੈ, ਉਹਦੀ ਡਾਇਰੈਕਟਰ ਸੀ। ਬਹੁਤ ਅੱਛੀ ਗੱਲ ਹੈ, ਕਿਸੇ ਦੇ ਮਤਲਬ ਗੁਣ ਨਹੀਂ ਹੈ ਉਹਨਾਂ ਦਾ, ਜੋ ਹਾਂ ਡਾਕਟਰ ਲੂਲਾ ਕਰਕੇ ਸੀ। I remember ਕਿ ਵੀ ਜੀ ਜਦੋਂ ਮੈਂ ਵਰਕਸ਼ਾਪ ਲੈ ਰਹੀ ਸੀ ਸਡਨਲੀ she entered
ਪ੍ਰਿੰਸੀਪਲ ਨੂੰ ਮਿਲਣ ਆਏ ਹੋਣਗੇ ਆਪਸ ਵਿੱਚ, ਤੇ ਉਹ ਸਾਡੇ ਉਧਰ ਵਰਕਸ਼ਾਪ ਵਿੱਚ she entered ਔਰ ਉਸੇ ਚੱਲ ਰਿਹਾ ਸੀ। ਸੋ ਥੋੜਾ ਜਿਹਾ ਤੇ ਮੈਨੂੰ ਵੀ ਲੱਗਾ ਕਿ ਉਹ ਆਈ ਨੋ ਲਾਈਕ ਇੱਕ ਲੱਗਦਾ ਹੈ ਕਿ she is a director of the Huda school, ਉਹ ਮੇਰੇ ਪ੍ਰਿੰਸੀਪਲ ਆ ਗਏ। So I remember when I was I gave my workshop, and then at last, what she said ki I'm feeling blessed that I am learning from the teachers. ਜੀ ਮੈਨੂੰ ਉਸ ਗੱਲ ਨੂੰ ਲੱਗਿਆ ਕਿ ਮਤਲਬ ਸਾਡਾ ਔਰਾ ਦੇਖੋ ਸੀ ਕਿ ਨਹੀਂ ਯਾਰ ਉਹ ਬੰਦਾ ਤੇ ਇੰਨੀ ਵੱਡੀ ਪੋਜੀਸ਼ਨ ਤੇ, how can she learn from me ਯਾਰ? I mean she is like a director of the Pudar academy ਇਸ ਤਰ੍ਹਾਂ। ਤਾਂ ਉਹ ਗੱਲ ਮੈਨੂੰ ਇੰਨੀ ਅੱਜ 8 ਸਾਲ ਪਹਿਲੇ ਮੈਨੂੰ ਇੱਕ ਟੱਚਡ ਮਾਈ ਹਾਰਟ ਕਿ ਸਾਨੂੰ ਕਿੰਨਾ ਹੰਬਲ ਰਹਿਣਾ ਹੈ। I don't know ਕਿਸ ਇੰਟੈਂਸ਼ਨ ਤੋਂ ਬੋਲੇ, ਪਰ ਮੈਨੂੰ ਐਸੇ ਕਿ ਨਹੀਂ ਹੰਬਲ ਰਹੋ ਕਿ ਪੂਰਨ ਤੌਰ ਤੇ ਕੋਈ ਨਹੀਂ ਪਾ ਸਕਦਾ। ਅੱਜ ਗੁਰੂ ਗ੍ਰੰਥ ਸਾਹਿਬ ਜੀ ਵੀ ਹੈ, ਸਾਹਿਬ ਮੇਰਾ ਨੀਤ ਨਵਾਂ। ਆਪਾਂ ਜਪਜੀ ਸਾਹਿਬ ਵੀ ਅੱਜ ਮੈਨੂੰ ਲੱਗਦਾ ਜੀਵਨ ਜਾਤੇ ਆਪਾਂ ਦੂਜੀ ਤੀਜੀ ਵਾਰੀ ਵਿਚਾਰ ਕਰਦੇ ਪਿਆ, ਫਿਰ ਮਤਲਬ ਕੁਛ ਨਾ ਕੁਛ ਨਵਾਂ ਆਈ ਜਾ ਰਿਹਾ। ਤਾਂ ਇਹ ਤੇ ਲਾਈਵ ਅਸੀਂ ਆਪਣੀ ਗੁਰਬਾਣੀ ਦੇ ਵੀ ਰੋਜ਼ ਸਮਝਦੇ ਪਏ ਕਿ ਸਾਹਿਬ ਮੇਰਾ ਨੀਤ ਨਵਾਂ, ਕਿ ਜਿੰਨਾ ਅਸੀਂ ਪੜ੍ਹਦੇ ਹਾਂ ਹੋਰ ਡੂੰਘਾ ਜਾਈਦਾ। ਸੋ ਮਤਲਬ ਅਜੇ ਕੁਛ ਵੀ ਨਹੀਂ ਆਉਂਦਾ, ਮਤਲਬ ਅਸੀਂ ਸਹੀ ਗੱਲ ਹੈ ਅਜੇ ਤੇ ਜਸਟ ਵੀ ਆਰ ਔਨ ਦਾ ਬਿਗਨਰ ਇਸ ਤਰ੍ਹਾਂ। ਸੋ ਇਹ ਇੱਕ ਮੈਨੂੰ ਸ਼ੇਅਰ ਕਰਨਾ ਸੀ। ਔਰ ਇੱਕ ਜੋ ਵੀਰ ਜੀ ਨੇ ਪਰਫੈਕਸ਼ਨ ਦਾ ਬੋਲਿਆ ਸੀ, ਉਹ ਬਿਲਕੁਲ ਸਹੀ ਬੋਲਿਆ। ਜਿਵੇਂ ਹੁਣੇ ਮੈਂ ਸਾਈਕੋਲੋਜੀ ਦਾ ਜਦੋਂ ਕੋਰਸ ਕੀਤਾ ਪਿੱਛੇ, ਉਹਦੇ ਵਿੱਚ ਵੀ ਸਾਨੂੰ ਇਹ ਕਿ ਐਵਰੀ ਹਿਊਮਨ ਬੀਇੰਗ ਇਜ਼ ਅ ਫੈਲਿਬਲ, ਰਾਈਟ? ਅਸੀਂ ਕੋਈ ਬੰਦਾ ਪਰਫੈਕਟ ਨਹੀਂ ਹੋ ਸਕਦਾ, ਜਦਕਿ ਲੇਡੀਜ਼ ਨੂੰ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਪਰਫੈਕਸ਼ਨ। ਇੱਥੇ ਗਲਾਸ ਪਿਆ ਤੇ ਪਿਆ ਕਿਉਂ, ਹੁਣੇ ਅਸੀਂ ਚੁੱਕਣਾ ਹੈ। ਮੇਬੀ ਵੀਰ ਜੀ ਅਸੀਂ ਆਪਣੇ ਸਰਾਊਂਡਿੰਗਸ ਨੂੰ ਦੇਖਿਆ ਔਰ ਅਸੀਂ ਇਹ ਹੈਬਿਟ ਲਈ ਹੈ, ਬਟ ਟੂ ਸਮ ਐਕਸਟੈਂਟ ਓਵਰ ਕਰਨਾ ਵੀ ਅੱਛੀ ਗੱਲ ਨਹੀਂ ਹੈ। ਇਸ ਤਰ੍ਹਾਂ ਮੈਨੂੰ ਆਵਾਜ਼ ਆਉਂਦੀ ਹੈ ਅੰਦਰੋਂ, which I really change myself ਕਿ ਨਹੀਂ, every time you don't have to say ਕਿ ਨਹੀਂ ਹੁਣੇ ਕਰੋ। perfection ਹੋਣੀ ਚਾਹੀਦੀ, ਚੱਦਰ ਹੈ ਤੇ ਇਸ ਤਰ੍ਹਾਂ perfect, ਟੇਬਲ ਹੈ ਤੇ ਇਸ ਨਹੀਂ। so nobody is perfect ਜੋ ਵੀਰ ਜੀ ਨੇ ਬੋਲਿਆ, and we all make mistakes and from mistakes we all learn. so ਇੰਨਾ ਕੁ ਮੈਂ sharing I would like to share. Thank you ਵੀਰ ਜੀ। Yeah, that could be a mental disorder ਵੀ ਹੁੰਦਾ ਹੈ, obsessive compulsive disorder ਇਸਨੂੰ ਕਹਿੰਦੇ ਨੇ, ਜਿਸਨੂੰ ਹਰ ਵੇਲੇ ਹਰ ਚੀਜ਼ ਵਿੱਚ perfection ਚਾਹੀਦੀ ਹੈ। so actually that's a mental disorder. so ਕਈਆਂ ਨੂੰ ਹੁੰਦਾ ਹੈ ਅਲੱਗ-ਅਲੱਗ ਕਿਸਮ ਦੇ, but that's about it. yeah, ਥੈਂਕ ਯੂ ਰਿੰਪਲ ਭੈਣ ਜੀ। ਮੈਂ ਅਰਵਿੰਦਰ ਜੀ ਨੂੰ ਕਹਾਂਗਾ ਕਿ ਉਹ ਥੋੜਾ ਜਿਹਾ ਭਾਵੇਂ OCD ਬਾਰੇ ਜਾਂ ਅਦਰਵਾਈਜ਼ she wants to share something, please go ahead. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦੇ ਵਿਚਾਰ ਇਜ਼ ਲਾਈਕ ਛੋਟੇ ਬੱਚੇ ਨੂੰ ਉਂਗਲੀ ਪਕੜ ਕੇ ਚੱਲਣਾ ਸਿਖਾਓ। he makes sure that everybody understands ਇਤਨੇ ਪਿਆਰ ਨਾਲ, ਇਤਨੇ ਸਹਿਜੇ that no room left for doubt at all. ਵੀਰ ਜੀ I have a query, ਮੈਨੂੰ ਆਪ ਜੀ ਦਾ opinion ਚਾਹੀਦਾ ਇਸ ਤੇ, ਕਿਉਂਕਿ ਇਹ ਗੱਲ ਮੇਰੇ ਨਾਲ ਇਸ ਹਫ਼ਤੇ 3 ਵਾਰ ਘਟ ਚੁੱਕੀ ਹੈ। suppose you get invited to a religious function, ਕਿਸੇ ਹੋਰ ਮਜ਼ਹਬ ਦੇ religious function ਤੇ ਤੁਹਾਨੂੰ invitation ਆਉਂਦਾ ਹੈ, ਠੀਕ ਹੈ? you go there, physically I was there, but ਮੇਰਾ ਮਨ ਨਹੀਂ ਲੱਗ ਰਿਹਾ ਸੀ ਉੱਥੇ, ਬਿਲਕੁਲ ਵੀ ਨਹੀਂ। and with due respect to everybody, no commenting on anything, I'm just making a statement, whatever they were doing, ਜੋ ਉਹ rituals ਕਰਦੇ ਨੇ, ਕਿਉਂਕਿ ਸਾਡਾ ritual, the way we worship, ਉਹ ਥੋੜਾ different ਹੈ। so I could not participate in the rituals that were happening there. So I felt guilty also. So 2 बारी I went, I did not participate in any of the function rituals. The 3rd time मैं मना कर देता, I made an excuse कि I cannot come, which is the ideal situation. Now की करो, how to handle this situation delicately, because no religion teaches you to be disrespectful to some other religion. So how to handle this situation? ਹਾਂਜੀ, ਇਹ ਨਾ ਅਸੀਂ ਸਾਰੇ ਈਚ ਇੰਡੀਵਿਜੂਅਲ ਜਿਸ ਸੁਸਾਇਟੀ ਔਰ ਜਿਹੜੇ ਲੋਕਾਂ ਨਾਲ ਉੱਠਦੇ ਬੈਠਦੇ ਆ, ਹਰ ਕਿਸੇ ਦੀ ਨਾ ਸਿਚੁਏਸ਼ਨ ਡਿਫਰੈਂਟ ਹੈ। ਇਹਦਾ ਜਨਰਲਾਈਜ਼ ਆਨਸਰ ਨਹੀਂ ਹੋ ਸਕਦਾ, ਠੀਕ ਹੈ? ਤਾਂ ਮੈਂ ਤੁਹਾਡਾ ਸਤਵਿੰਦਰ ਭੈਣ ਕੋਲੋਂ ਨੰਬਰ ਲੈ ਲਾਂਗਾ ਤੇ ਮੈਂ ਇਹਦੇ ਨਾਲ ਤੁਹਾਡੇ ਪਰਟੀਕੂਲਰ ਸਿਚੁਏਸ਼ਨਸ ਬਾਰੇ, ਤੁਹਾਡੇ ਸਰਕਲ ਬਾਰੇ ਤੁਹਾਡੇ ਨਾਲ ਡਿਸਕਸ, ਠੀਕ ਹੈ? ਜਨਰਲਾਈਜ਼ ਆਨਸਰ ਨਹੀਂ ਮੈਂ ਕਰ ਪਾਵਾਂ। जी, because it's a very delicate situation, because मना भी नहीं कर सकते, and जाओ then you feel कि वही वेले दा राग नहीं गा रहे because I am somewhere else, I'm not, in sync with what is happening over there. So what to do then? जी, ठीक है, thank you ਵੀਰ ਜੀ। ਸੋ ਮੈਂ ਤੁਹਾਡਾ ਨੰਬਰ ਲੈ ਲਾਂਗਾ ਤੇ ਤੁਸੀਂ ਫਿਰ ਮੈਂ ਤੁਹਾਨੂੰ ਟੈਕਸਟ ਪਾ ਕੇ
ਤੁਹਾਡੇ ਜੀ ਕਨਵੀਨੀਅੰਟ ਵੀਰ ਟਾਈਮ ਜੀ, ਤੇ ਮੈਂ ਤੁਹਾਡੇ ਨਾਲ ਜੀ ਵੀਰ ਜੀ, ਥੈਂਕ ਯੂ ਹਾਂਜੀ ਸੋ ਜਦੋਂ ਮਚ। ਰਿੰਪਲ ਭੈਣ ਜੀ ਨੇ ਹੁਣੇ ਗੱਲ ਕੀਤੀ ਨਾ ਕਿ ਉਹ ਇੰਨਾ ਵੱਡਾ ਬੰਦਾ ਕਹਿ ਰਿਹਾ ਸੀ ਕਿ ਭਈ ਆਈ ਹੈਵ ਲਰਨਡ ਸਮਥਿੰਗ, ਤੇ ਮੈਨੂੰ ਉਹਨਾਂ ਦੀ ਗੱਲ ਤੇ ਇੱਕ ਸ਼ਾਇਰ ਦੀ ਸਾਰੀ ਸ਼ਾਇਰੀ ਤੇ ਨਹੀਂ ਯਾਦ ਆਏਗੀ, ਪਰ ਇੱਕ ਉਹਦਾ ਉਹ ਸ਼ੇਰ ਯਾਦ ਆ ਰਿਹਾ ਹੈ, ਔਰ ਉਹ ਵੀ ਠੀਕ ਨਾ ਯਾਦ ਹੋਏ ਤਾਂ ਮੈਂ ਮਾਫੀ ਮੰਗਦਾ। ਉਹ ਕਹਿੰਦੇ हैं जो खानदानी रईस होते हैं, जो खानदानी रईस होते हैं, वो रखते हैं लहजा नरम अपना। जो खानदानी रईस होते हैं वो रखते हैं लहजा नरम अपना। तुम्हारा लहजा बता रहा है तुम्हारी दौलत नई नहीं है। ਮੈਨੂੰ ਇਸ ਗੱਲ 'ਚ ਇਹ ਸਮਝ ਆਇਆ ਕਿ ਜਦੋਂ ਅਸੀਂ ਧਾਰਮਿਕ ਦੁਨੀਆ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਵੀ ਚੰਗੇ ਗੁਣਾਂ ਦੀ ਪ੍ਰਾਪਤੀ ਨੂੰ ਦੌਲਤ ਕਹਿੰਦੇ ਨੇ, ਧਨ ਕਹਿੰਦੇ ਨੇ, ਸਾਚਾ ਧਨ ਕਹਿੰਦੇ ਨੇ, ਤਾਂ ਜੇ ਮੈਂ ਉਹ ਸਿੱਖ ਰਿਹਾ ਔਰ ਮੈਂ ਦੂਜਿਆਂ ਨੂੰ ਇਹ ਸ਼ੋਅ ਕਰ ਰਿਹਾ ਮੈਨੂੰ ਜ਼ਿਆਦਾ ਪਤਾ ਹੈ, ਤੁਹਾਨੂੰ ਨਹੀਂ ਪਤਾ ਹੈ, ਤੇ ਮੈਨੂੰ ਇਹ ਗੁਣ ਜਿਹੜਾ ਮੈਂ ਲਿਆ ਸੀ ਪੜ੍ਹ ਕੇ ਸਮਝਿਆ ਸੀ, ਇਹ ਮੇਰਾ ਲਹਿਜ਼ਾ ਨਰਮ ਨਹੀਂ ਰਿਹਾ, ਇਹ ਮੇਰਾ ਲਹਿਜ਼ਾ ਹਉਮੈ ਸ਼ੋ ਆਫ ਦਾ ਹੋ ਗਿਆ ਹੈ ਨਾ। that I know better, I am the best who can explain this, है ना। सो ਅਸੀਂ ਕਿਸੇ ਵੀ ਸਟੇਟਸ ਤੇ ਕਿਸੇ ਵੀ ਉਮਰ ਦੇ ਕਿਸੇ ਵੀ ਜਗ੍ਹਾ ਪਹੁੰਚ ਗਏ ਆ ਨਾ ਜੇਕਰ, ਤਾਂ ਵੀ ਸਿੱਖ ਸਕਦੇ ਆ। ਜਿਸ ਦਿਨ ਇਹ ਹੰਬਲਨੈਸ ਪੱਲਿਓਂ ਚਲੀ ਗਈ, ਬਜਾਏ ਇਸ ਦੇ ਕੇ ਹੰਬਲਨੈਸ ਨੂੰ ਫੋਰਟੀਫਾਈਡ ਕਰਨਾ ਸੀ, ਬਜਾਏ ਇਸ ਦੇ ਕੇ ਇਸ ਹੰਬਲਨੈਸ ਨੂੰ ਹੋਰ ਵਧਾਉਣਾ ਸੀ, ਸਾਨੂੰ ਇਹ ਹੰਕਾਰ ਹੋ ਜਾਂਦਾ ਹੈ ਮੈਨੂੰ ਸਭ ਕੁਝ ਪਤਾ ਲੱਗ ਗਿਆ ਹੈ ਨਾ। ਮੈਨੂੰ ਨਾ ਬੜੇ ਸਾਰੇ ਲੋਕਾਂ ਦੇ ਆਪਸ ਵਿੱਚ ਇੱਕ ਦੂਜੇ ਦੇ ਨਾਲ ਕਿਤਨੇ ਲੋਕਾਂ ਨੇ ਟੀਚਰਸ ਡੇ ਤੇ ਮੈਸੇजेस ਪਾਏ ਨਾ, आज टीचर्स डे है, आज इंटरनेशनल टीचर्स डे है, पे रिस्पेक्ट टू द टीचर, इस तरीके दे नाल पाए ना, तां मेरे नाल जेडे इंजीनियर्स पढ़े हुए ने, मैं उन्हां दे ग्रुप विच सांझ कर रहा सी, तां ओ कह रहे सी कि साडे जिस टीचर ने पढ़ाया ओ टीचर ही रहा। फर्ज करो मनु आजकल इंडिया टीचर की तनख्वाह मनु नहीं पता, फर्ज करो वो टीचर की तनख्वाह 20,000 रुपए है, तो टीचर ते उत्थे 20,000 रुपए के लैवल ते टीचर ही रहा। ए जिहड़े पढ़ गए ए चीफ इंजीनियर बन गए, इन्हां दियां तनख्वाहां 2-2 लाख है ना। तां वो जिहड़े इंजीनियर्स जो मेरे नाल असी सारे स्टूडेंट सी, असी सारे स्टूडेंट्स चों एक स्टूडेंट जिहदा नाम डिलन है, वो इंजीनियरिंग डिपार्टमेंट दा हेड ऑफ द डिपार्टमेंट बन गया। तो मैं इन्हां सारियां नाल सांझ पाई टैक्सट विच कि अज टीचर्स डे है, असी सारे डिलन नूं
ਐਜ਼ ਏ ਹੈਡ ਆਫ ਦਾ ਡਿਪਾਰਟਮੈਂਟ, ਇੰਜੀਨੀਅਰਿੰਗ ਡਿਪਾਰਟਮੈਂਟ ਦਾ ਹੈਡ ਹੋਣ ਦੇ ਨਾਤੇ ਅਸੀਂ ਉਸ ਨੂੰ ਰਿਸਪੈਕਟ ਪੇ ਕਰ ਰਹੇ ਹਾਂ, ਪਰ ਸਾਡੇ ਦਿਮਾਗ 'ਚ ਇੱਕ ਪਾਸੇ ਕੋਨੇ 'ਚ ਇਹ ਗੱਲ ਹੈ, ਇਹ ਤੇ ਸਾਡੇ ਨਾਲ ਹੀ ਤੇ ਪੜਿਆ ਹੈ। ਅਲਟੀਮੇਟਲੀ ਉਸੀ এনवायरमेंट ਦੇ ਅੰਦਰ ਉੱਥੇ ਹੀ ਬਸ ਕੁਰਸੀ ਦੀ ਜ਼ਰਾ ਦੀ ਉੱਚੀ ਹੋ ਗਈ, ਅਸੀਂ ਲੋਕੀ ਤੇ ਚੀਫ ਇੰਜੀਨੀਅਰ ਬਣ ਗਿਆ। ਮਤਲਬ ਜੋ ਇਹਨੂੰ ਪਤਾ ਹੈ ਉਹੀ ਸਾਨੂੰ ਪਤਾ ਹੈ, ਜੋ ਇੰਜੀਨੀਅਰਿੰਗ ਵੇਲੇ ਪੜਾਇਆ ਸੀ ਉਹੀ ਸਾਨੂੰ ਪਤਾ ਹੈ। ਤੇ ਸਾਡੇ ਮਨ ਅੰਦਰ ਉਹ ਵਾਲੀ ਰਿਸਪੈਕਟ ਜੋ ਇੱਕ ਟੀਚਰ ਵਾਸਤੇ ਆਣੀ ਚਾਹੀਦੀ ਸੀ, ਉਹ ਅਸੀਂ ਉਹਨੂੰ ਆਪਣਾ ਫਰੈਂਡ ਸਮਝ ਕੇ बस इत्थे तक ही रख रहे हैं। ओ डिलन जी क्या हाल है जी, याद है जब हमारे साथ पढ़ते थे तो उन्होंने असी लेके अपने लेवल पे आ गए भी जो हमने पढ़ा था इंजीनियरिंग में वो इसने जाना है। ता एक दो ने मैनू टेक्स्ट पाया, यस सो भुपिंदर वीर जी आप क्या इसमें बोलना चाहते हैं। तब मैं उन्होंने टेक्स्ट पाया, मैं क्या कि टीचर जेड़ा है ना जदों पढ़ांदा है स्टूडेंट पढ़ लैंदा है, स्टूडेंट पढ़ के वड्डा वड्डा चीफ इंजीनियर वड्डे वड्डे डॉक्टर सर्जन बन जाता है। उन्होंने यह भुलेखा पै जाता है मैनू हुण ज्यादा पता है। करेक्ट, मैनू ज्यादा पता है, मैनू ज्यादा समझ है, पर वो भुल जाता है कि मैं जिस तरह इवॉल्व होया ना इस तरह टीचर भी इवॉल्व होया है। मेरी नजरां विच मेरा कैडर छोटे इंजीनियर तो लैके टॉप पे चीफ इंजीनियर वाला बन गया, स्टेटस बन गया मेरा, पर ओदा ना टीचर ही रह गया। लेकिन मैनू यह भुलेखा पै रहा है कि वो भी अपनी लाइफ विच इवॉल्व होया है, उन्हें होर स्टूडेंट्स नाल पढ़ के पढ़ा के और जिहड़ी नवी स्टडी निकली है वो असी नहीं पढ़ी। जो इंजीनियरिंग दे नवे नवे खोजां आके कंस्ट्रक्शन दे ब्रिजिज दे टनल्स दे मकाना बारे जो जो नवियां चीज़ां आईयां वो उसने पढ़ियां, वो इवॉल्व होया है। इस करके सानू ये भुलेखा ना रवे कि ए टीचर सी या टीचर है पर पढ़िया ते साडे नाल ही सी, सानू इहदे नाल नॉलेज ज्यादा है। साडे कोल नॉलेज ज्यादा हो सकती है पर साडा ये हंकार मेरी लिसनिंग बंद कर देगा। ते जे मैं इस हंबलनेस विच रवां कि वो डिलन जिहड़ा है he must have evolved, उन्हें जरूर अपने आप को इवॉल्व किया है, उन्हें जरूर होर नवी खोज पढ़ी है जिहड़ी मैनू नहीं पता। इस करके कदी भी ना असी इस हंकार विच नहीं आवांगे ते नम्रता च रवांगे, वरना तुम्हारा लहजा बता रहा है कि तुम्हारी दौलत नई नहीं है। हंबलनेस छड्डी हंकार दा पहाड़ सिर ते टूट जाएगा, पर जे हंबलनेस पकड़ के रखी तां कीटी पर्वत खाया। हंबलनेस जितनी पकड़ के असी प्रैक्टिस करांगे ना तां असी हाथी तो लंबी नक दी सूंड वाली अपनी पत बना के रखण तो झूठे स्टेटस तो हाथी तो छोटे होंदे जावांगे, कीड़ी बनते जावांगे। और गुरु साहब कीड़ी दी डेफिनेशन देंदे ने, कीटी पर्वत खाया, चींटी हंकार का पर्वत खा जाती है। इसका मतलब तुम्हारी दौलत बता रही है तुम्हारी शोहरत नई नई है, तुम्हारी दौलत नई नई, तुमको नया नया कुछ आ गया है, तो अपने लहजे को खानदानी रईसी से सीखना। जो खानदानी रईस होते हैं
वो रखते हैं लहजा नरम अपना, तुम्हारा लहजा बता रहा है तुम्हारी दौलत नई नई है। ਇਹਦਾ ਮਤਲਬ ਅਸੀਂ ਦੁਨੀਆ 'ਚ ਕਿੱਥੇ ਵੀ ਚਲੇ ਜਾਈਏ, ਜਿਸ ਟੀਚਰ ਨੇ ਮੈਨੂੰ ਸਕੂਲ ਪੜਾਇਆ, ਜਿਸ ਟੀਚਰ ਨੇ ਮੈਨੂੰ ਕਾਲਜ ਪੜਾਇਆ, ਅਤੇ ਜਿਸ ਮਾਂ ਨੇ ਮੈਨੂੰ ਬਚਪਨ ਤੋਂ ਉਂਗਲ ਪਕੜ ਕੇ ਟੁਰਨਾ ਸਿਖਾਇਆ, ਜਿਹੜੀ ਮੇਡ ਮੇਰੇ ਘਰ ਆ ਕੇ ਭਾਂਡੇ ਮਾਂਜਦੀ ਸੀ, ਪਰ ਮੇਰੀ ਮਾਂ ਕਹਿੰਦੀ ਸੀ 2 ਮਿੰਟ ਇਸ ਬੱਚੇ ਨੂੰ ਕੁੱਛੜ ਚੁੱਕ ਲਵੋ ਕਿਉਂਕਿ ਮੈਂ ਹੁਣੇ ਬਾਥਰੂਮ ਜਾ ਰਹੀ ਹਾਂ, ਉਸ ਮੇਡ ਨੇ ਵੀ ਮੈਨੂੰ ਜ਼ਰੂਰ ਕੁਝ ਸਿਖਾਇਆ ਹੋਏਗਾ। ਮੇਰੇ ਘਰ ਜਿਹੜਾ ਨੌਕਰ ਆਇਆ ਸੀ, ਉਸ ਨੌਕਰ ਨੇ ਜੋ ਕੁਝ ਕੋਈ ਚੰਗਾ ਕੰਮ ਕੀਤਾ ਹੋਏਗਾ, ਉਹਨੇ ਮੈਨੂੰ ਜ਼ਰੂਰ ਕੁਝ ਸਿਖਾਇਆ ਹੋਏਗਾ। ਇਹਦਾ ਮਤਲਬ ਮੈਂ ਹਮੇਸ਼ਾ ਜਿਨ੍ਹਾਂ ਨੇ ਸਿਖਾਇਆ ਉਹਨਾਂ ਨੂੰ ਹਰ ਵੇਲੇ ਮਨ ਦੇ ਅੰਦਰ ਰਿਸਪੈਕਟ ਰੱਖਾਂਗਾ, ਤਾਂ ਮੈਂ ਹਾਥੀ ਤੋਂ ਕੀੜੀ ਬਣਦਾ ਜਾਵਾਂਗਾ। ਮੇਰਾ ਹਾਥੀ ਵਾਲਾ ਮੌਨਸਟਰ ਛੋਟਾ ਹੁੰਦਾ ਜਾਏਗਾ और मेरा वर्चूज वाला संत वाला गुण कीड़ी दा वड्डा होंदा जाएगा और बेनिफिट मैनू होएगा। और मैं दुनिया दे हर पल अपनी जिंदगी विच जो मैनू मिले ने उन्हां दा सत्कार रखांगा ना, हर वेले मेरे वास्ते टीचर्स डे रहेगा। ते जे मैनू इजाद समझ आ गई ना, तब मैं बलिहारी गुरु अपने दिहाड़ी 7 वार लखा वारी मैं अपने गुरु तो बलिहार जावांगा कि मैनू सीखण दी जाच आंदी है। ठीक है जी। जुझार जी, सतविंदर जी, रिंपल जी, अरविंदर जी, मनजीत कौर भैन जी, या जिन्हां ने शेयर किया, सब दा धन्नवाद। जुझार जी, हुण देख लो जे गुरचरण सिंह जी फ्लोरिडा तो है, नहीं तो किसी की शेयरिंग लैनी है तो लै लो, सवाल है तो सवाल, नहीं तो 2 अक्तूबर का सैमीनार की डिटेल दस दिओ और उहदा पोस्टर तुसी जे बना लिया तो वो भी साथ कर दिओ। सब दा थैंक यू जी। गुरचरण सिंह जी तो नहीं है ते ਜਿਹੜਾ 2 ਅਕਤੂਬਰ ਦਾ ਸੈਮੀਨਾਰ ਹੈਗਾ ਸੀ, ਉਹਦੀ ਡਿਟੇਲ ਤੁਹਾਨੂੰ ਜਲਦੀ ਪੋਸਟਰ ਸਾਂਝ ਪਾਵਾਂਗੇ, WhatsApp ਗਰੁੱਪਸ ਤੇ ਅਸੀਂ ਫਲੋਟ ਕਰ ਦਾਂਗੇ ਆਪਣੇ ਸੋਸ਼ਲ ਮੀਡੀਆ ਤੇ, इंस्टाग्राम, फेसबुक वगैरह तो, बिकॉज हले वो फाइनलाइज टाइटल हो चुका है बट डिजाइन नहीं हुआ है क्योंकि आज ही फाइनल हुआ है। सो बाकी सब हो चुका है। गुरचरण सिंह जी नहीं मिले मैनू ऑनलाइन, तो मैं सतविंदर जी को रिक्वेस्ट करांगा कि क्लास को वाइंड अप करें प्लीज। Before we wind up, Manjeet Miss wants to share a small poem, so I request Manjeet Miss ki please तुसी अपनी poem share करो। So with that note, we can wind up the class. Anji Manjeet Miss, please unmute yourself. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਮੈਂ ਹਿੰਦੀ ਵਿੱਚ ਲਿਖਦੀ ਹਾਂ, ਪੰਜਾਬੀ ਤੇ ਮੈਂ ਨਵੀਂ ਜੀਵਨ ਜਾਂਚ ਕਲਾਸ 'ਚ ਸਿੱਖੀ ਆ 2-3 ਮਹੀਨੇ ਪਹਿਲਾਂ। ਤੇ ਟੀਚਰਸ ਡੇ ਤੇ ਮੈਂ ਇੱਕ ਕਵਿਤਾ ਲਿਖੀ ਸੀਗੀ, ਉਹ ਮੈਂ ਪੜ੍ਹਨਾ ਚਾਹਾਂਗੀ। ਆਈ ਥਿੰਕ 2 or 3 minutes it will take. कविता का शीर्षक है शिक्षक हूं मैं, शिल्पी हूं मैं, चित्रकार हूं मैं, निर्माता हूं मैं, रचयिता हूं मैं, पालक हूं मैं, संहारक हूं मैं, मार्गदर्शक हूं मैं, पथ प्रदर्शक हूं मैं, परामर्शदाता हूं मैं, ब्रह्मा हूं मैं, विष्णु हूं मैं, महेश हूं मैं, शिक्षक हूं मैं, शिक्षक हूं मैं, हर गीत की लय हूं मैं, हर कविता का छंद हूं मैं, हर ताल की थाप हूं मैं, हर नृत्य का भाव हूं मैं, हर मूर्ति की रचना हूं मैं, हर चित्र का आकार हूं मैं, हर कथा का सार हूं मैं, हर सपने की तामीर हूं मैं, शिक्षक हूं मैं, शिक्षक हूं मैं, हर बच्चे का अभिमान हूं मैं, हर युवा का संकल्प हूं मैं, हर जवान का साहस हूं मैं, हर पेशे की वजह हूं मैं, हर जवान का साहस हूं मैं, हर पेशे की वजह हूं मैं, हर जीत की खुशी हूं मैं, हर हार का सबक हूं मैं, हर प्रयास की प्रेरणा हूं मैं, हर सफलता का कारण हूं मैं, शिक्षक हूं मैं, शिक्षक हूं मैं, ओलंपिक का मेडल हूं मैं, नासा का अभियान हूं मैं, मंगलयान का ज्ञान हूं मैं, निर्माण की नींव हूं मैं, कर्तव्य की मिसाल हूं मैं, अनुशासन का दृष्टांत हूं मैं,
प्यार का नजीर हूं मैं, देश की शान हूं मैं, निस्वार्थ सेवा का भाव हूं मैं, शिक्षक हूं मैं, कर्तव्य की मिसाल हूं वाह। मैं, अनुशासन का दृष्टांत हूं मैं, प्यार का नजीर हूं मैं, देश की शान हूं मैं, निस्वार्थ सेवा का भाव हूं मैं, शिक्षक हूं मैं, शिक्षक हूं मैं। ਸਭ ਦਾ ਸਾਰਿਆਂ ਦਾ ਧੰਨਵਾਦ ਮੈਨੂੰ ਮੌਕਾ ਦਿੱਤਾ ਮੇਰੀ ਕਵਿਤਾ ਪੜ੍ਹਨ ਵਾਸਤੇ। Great, excellent poem, Manjeet Miss. Very nice. It was beautifully recited, beautifully written. ਤੁਸੀਂ ਆਪ ਲਿਖੀ ਕਵਿਤਾ? ਹਾਂਜੀ। Very ਹਾਂਜੀ। good. Excellent. वाह जी वाह, Beautiful. वाह जी वाह, वाह। Amazing poem. So with this note we end the class because at the session ਬਹੁਤ ਹੀ ਅੱਛਾ ਸੀ, ਬਹੁਤ ਸਿੱਖਣ ਨੂੰ ਮਿਲਿਆ ਕਿ ਹਾਊ ਜਦ ਅਸੀਂ ਆਪਣੀ ਲਿਸਨਿੰਗ ਬੰਦ ਕਰਦੇ ਆ ਤੇ ਸਾਡੀ ਆਪਣੀ ਪ੍ਰੋਗਰੈਸ ਹੀ ਰੁਕ ਜਾਂਦੀ ਹੈ। ਵੀ ਡੋਂਟ ਰਿਅਲਾਈਜ਼ ਕਿ ਅਸੀਂ ਇੰਨੀ ਟੇੜੀ ਚਾਲਾਂ ਚੱਲਨੇ ਆ, ਚਲਾਕੀਏ ਚਤੁਰਾਈਆਂ ਕਰਦੇ ਆ, ਬਟ ਇਹ ਸਭ ਕਰਦੇ ਆ ਕਿਤੇ ਨਾ ਕਿਤੇ ਨੁਕਸਾਨ ਸਾਡਾ ਆਪਣਾ ਹੀ ਹੋ ਰਿਹਾ ਹੈ। ਸਾਡੀ ਆਪਣੀ ਗਰੋਥ ਰੁਕ ਰਹੀ ਹੈ, ਸਾਡੀ ਆਪਣੀ ਪ੍ਰੋਗਰੈਸ ਰੁਕ ਰਹੀ ਹੈ, ਇਹ ਸਾਨੂੰ ਰਿਅਲਾਈਜ਼ ਨਹੀਂ ਹੁੰਦਾ। ਸੋ ਆਈ ਥਿੰਕ ਦਿਸ ਵਾਸ ਅ ਵੈਰੀ ਆਈ ਓਪਨਿੰਗ ਸੈਸ਼ਨ ਕਿ ਕਿਵੇਂ ਸਾਨੂੰ ਵੇਲੇ ਦਾ ਰਾਗ ਗਾਉਣਾ ਐਂਡ ਹਾਊ ਵੀ ਹੈਵ ਟੂ ਫੋਕਸ ਔਨ ਆਰਸੈਲਫ। ਆਪ ਸਵਾਰੇ ਮੈਂ ਮਿਲੇ, ਆਪਣੇ ਉੱਤੇ ਫੋਕਸ ਕਰਨਾ ਹੈ, ਨਾਟ ਕਿ ਬਾਕੀ ਕੀ ਕਰ ਰਹੇ ਹਨ। So keeping this thought in mind, we wind up today's session. A big thank you to everybody, Rimple ma'am, Manjeet ma'am, सारे ने जिन्होंने share किया, बहुत बहुत धन्यवाद। Thank you Veer ji very much. So looking forward for the next session. वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। नमस्कार, खुदा हाफिज। Thank you. Thank you.